ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਅੱਜ ਅਸੀਂ ਇਮੀਗ੍ਰੇਸ਼ਨ ਦੀ ਗੱਲਾਂ ਨਹੀਂ ਕਰੀਦੀਆਂ, ਅੱਜ ਅਸੀਂ ਕਮਿਊਨਿਟੀ ਦੀ ਗੱਲਾਂ ਕਰੀਦੀਆਂ, ਤੁਹਾਡੇ ਭਲਾਈ ਦੀਆਂ ਗੱਲਾਂ ਕਰੀਦੀਆਂ। ਤੁਹਾਨੂੰ ਇੱਦਾਂ ਕੋਈ ਇਨਫੋਰਮੇਸ਼ਨ ਦੇਈਦੀ ਹੈ ਜਿਹਦੇ ਨਾਲ ਤੁਹਾਡਾ ਕੋਈ ਸੰਦੇਸ਼ ਦੇਈਦਾ ਤੁਹਾਨੂੰ, ਜਿਹਦੇ ਵਿੱਚ ਤੁਹਾਡਾ ਵੀ ਕੁਛ ਵੱਧ ਸਕੇ ਅਤੇ ਕਮਿਊਨਿਟੀ ਦਾ ਵੀ ਕੁਛ ਵੱਧ ਸਕੇ। ਬਹੁਤ ਲੋਕ ਮੈਨੂੰ ਪੁੱਛਦੇ ਆ ਕਿ ਹਰਜਾਪ ਤੂੰ ਇੱਥੇ ਪੈਦਾ ਹੋਇਆ ਜਾਂ ਇੰਡੀਆ ਪੈਦਾ ਹੋਇਆ। ਮੈਂ ਕਿਹਾ ਕਿਉਂ, ਤੁਹਾਨੂੰ ਕਿਉਂ ਲੱਗਦਾ ਕਿ ਮੈਂ ਇੰਡੀਆ ਪੈਦਾ ਹੋਇਆ? ਕਿਉਂਕਿ ਕਹਿੰਦੇ ਤੁਹਾਡੀ ਪੰਜਾਬੀ ਬੜੀ ਸਾਫ਼ ਹੈ, ਤੁਸੀਂ ਕਿੱਥੋਂ ਸਿੱਖੀ? ਮੈਂ ਕਿਹਾ ਇਹਦੇ ਵਿੱਚ ਜੀ ਕਈ ਲੋਕਾਂ ਦਾ ਹੱਥ ਆ। ਪਹਿਲਾ ਤਾਂ ਜੀ ਹੱਥ ਹੈਗਾ ਜਿਹੜੇ ਪੰਜਾਬੀ ਫਿਲਮਾਂ ਮੈਂ ਦੇਖਦਾ ਸੀ ਮੇਰ ਮਿੱਤਰ ਵਾਲੀਆਂ, ਉਹਨਾਂ ਦਾ ਹੱਥ। ਫਿਰ ਮੇਰੇ ਮੰਮੀ ਡੈਡੀ ਦਾ ਹੱਥ ਜਿਨ੍ਹਾਂ ਨੇ ਮੈਨੂੰ ਪੰਜਾਬੀ ਸਿਖਾਈ, ਜਿਨ੍ਹਾਂ ਨੇ ਖੁਦ ਅੰਗਰੇਜ਼ੀ ਸਿੱਖੀ ਨਹੀਂ, ਸਾਨੂੰ ਮਜਬੂਰੀ ਪੰਜਾਬੀ ਸਿੱਖਣੀ ਪਈ। ਅਤੇ ਮੈਂ ਕਿਹਾ ਤੀਜੀ ਉਹਦੇ ਵਿੱਚ ਹੱਥ ਹੈਗਾ ਇੱਕ ਸਾਡੇ ਨਾਗਰਾ ਸਾਹਿਬ ਦਾ, JS ਨਾਗਰਾ ਦਾ, ਜੋ ਕਿ ਇੱਕ ਐਸੇ ਵਿਅਕਤੀ ਆ ਜਿਨ੍ਹਾਂ ਦੀ ਕਿਤਾਬਾਂ ਨੇ ਸਾਡੇ ਨਾਲ ਸਾਡਾ ਬੇੜਾ ਪਾਰ ਕੀਤਾ ਪੰਜਾਬੀ ਲੈਂਗੁਏਜ ਵਿੱਚ। ਅਸੀਂ ਹਰ ਲੋਕ ਕਹਿੰਦੇ ਹਾਂ, ਹਰ ਵਕਤ ਕਹਿੰਦੇ ਕਿ ਪੰਜਾਬੀ ਮਾਂ ਬੋਲੀ ਹੈ ਜੀ ਸਾਡੀ, ਪੰਜਾਬੀ ਸਿੱਖਣੀ ਚਾਹੀਦੀ ਆ। ਪਰ ਅਸੀਂ ਪੰਜਾਬੀ ਲਈ ਕਰਦੇ ਕੀ ਹਾਂ? ਬਹੁਤ ਕੁਛ ਅਸੀਂ ਕਰਦੇ ਹਾਂ, ਜ਼ਿਆਦਾ ਪੰਜਾਬੀ ਸਾਡੇ ਲਈ ਕੁਛ ਕਰਦੀ ਹੈ। ਅਸੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਾਂ ਪੰਜਾਬੀ 'ਚੋਂ। ਅਸੀਂ TV 'ਤੇ ਬੈਠੇ ਹਾਂ ਸਿਰਫ ਆਪਣੀ ਪੰਜਾਬੀ ਕਰਕੇ। ਅਸੀਂ ਗਾਣੇ, ਕੋਈ ਮਿਊਜ਼ਿਕ ਇੰਡਸਟਰੀ 'ਚ ਕਾਮਯਾਬ ਆ ਪੰਜਾਬੀ 'ਚ ਕਰਕੇ। ਪਰ ਅਸੀਂ ਪੰਜਾਬੀ ਲਈ ਕੀ ਕੀਤਾ? ਅੱਜ ਮੇਰੀ ਬੜੀ ਦਿਲੋਂ ਖੁਆਇਸ਼ ਪੂਰੀ ਹੋਈ ਹੈ, ਕਿਉਂਕਿ ਮੈਂ ਬਹੁਤ ਲੋਕਾਂ ਨੂੰ ਆਪਣਾ ਆਈਡਲ ਨਹੀਂ ਬਣਾਇਆ, ਬਟ ਅੱਜ ਮੇਰੇ ਆਈਡਲ ਆਏ ਹੋ ਆ ਜਿਨ੍ਹਾਂ ਦਾ ਮੈਂ ਫੈਨ ਆ, ਉਹਨਾਂ ਨੂੰ ਮੈਂ ਲੈ ਕੇ ਆਇਆ TV 'ਤੇ। ਡਾਕਟਰ JS ਨਾਗਰਾ ਸਾਹਿਬ, ਜਿਨ੍ਹਾਂ ਕਰਕੇ ਪੰਜਾਬੀ ਮਾਂ ਬੋਲੀ ਦੀ ਇੰਨੀ ਸੇਵਾ ਹੋਈ ਹੈ, ਪੰਜਾਬੀ ਦਾ ਵਾਧਾ ਹੋਇਆ, ਪੰਜਾਬੀ ਨੂੰ ਇੱਕ ਅਸਤਿਤਵਾ ਮਿਲਿਆ ਇਸ ਮੁਲਕ ਵਿੱਚ। ਉਹਦੇ ਵਿੱਚ ਕਿੱਦਾਂ ਮਿਲਿਆ ਉਹ ਅਸੀਂ ਗੱਲ ਕਰਾਂਗੇ। ਤਾਂ ਸਾਨੂੰ ਸਾਰਿਆਂ ਨੂੰ ਚੇਤਾ ਹੋਊ ਕਿ ਜਦੋਂ people have done GCSE and A-level ਪੰਜਾਬੀ, you know the orange book with the blue bit on it, the Punjabi Made Easy. It's a very famous book. I'm sure you've all read it. I'm introducing you to the writer of those books and the person who's helped Punjabi to become a GCSE and an A-level. ਨਾਗਰਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਭਗਤ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਤੇ ਬੁਲਾਇਆ। ਤੁਸੀਂ ਮੈਨੂੰ ਕਈ ਵਾਰੀ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, 3 ਸਾਲ ਮੈਨੂੰ ਪਤਾ ਪਹਿਲਾਂ ਵੀ ਤੁਸੀਂ ਮੈਨੂੰ ਕੰਟੈਕਟ ਕੀਤਾ ਸੀ। ਹਾਂਜੀ, ਪਰ ਉਸ ਵੇਲੇ ਮੈਂ ਨਹੀਂ ਆ ਸਕਿਆ ਸੀ, ਮੈਨੂੰ ਹਾਰਟ ਅਟੈਕ ਹੋ ਗਿਆ ਸੀ ਅਤੇ ਇਸ ਕਰਕੇ ਹਾਲਾਂਕਿ ਮੈਂ ਆਉਣਾ ਚਾਹੁੰਦਾ ਸੀ। ਅਤੇ ਫਿਰ ਹੁਣ ਅੱਜ ਬੜਾ ਖੁਸ਼ੀ ਦਾ ਮੌਕਾ ਹੈ। ਮੈਂ ਤੁਹਾਡਾ ਉੱਦਾਂ ਵੀ ਬਹੁਤ ਧੰਨਵਾਦੀ ਹਾਂ, ਕਿਉਂਕਿ ਹੋ ਸਕਦਾ ਮੈਂ ਉਸ ਕਾਬਲ ਨਹੀਂ ਹਾਂ ਜੋ ਕੁਛ ਤੁਸੀਂ ਮੇਰੇ ਬਾਰੇ ਕਹਿੰਦੇ ਰਹੇ। ਕੁਛ ਪ੍ਰੋਗਰਾਮਾਂ ਵਿੱਚ ਮੈਂ ਦੇਖਿਆ ਸੀ, ਤੁਸੀਂ ਮੇਰੀ ਬਹੁਤ ਸ਼ਲਾਘਾ ਕੀਤੀ ਹੈ। ਮੈਂ ਤੁਹਾਡਾ ਬੜਾ ਧੰਨਵਾਦ ਕਰਦਾ, ਤੁਸੀਂ ਫਿਰ ਮੈਨੂੰ ਬੁਲਾਇਆ। ਨਾਗਰਾ ਸਾਹਿਬ ਜੀ, ਦੇਖੋ ਕਿ ਨੇਕ ਬੰਦਿਆਂ ਦੀ ਤਾਂ ਹਮੇਸ਼ਾ ਅਸੀਂ ਸ਼ਲਾਘਾ ਕਰਦੇ ਹਾਂ, ਅਤੇ ਤੁਸੀਂ ਤਾਂ ਜੀ ਸਾਡੇ ਲਈ ਤਾਂ ਇੱਕ ਕਿਸਮ ਦੇ ਉਸਤਾਦ ਵੀ ਹਾਂ, ਇੱਕ ਕਿਸਮ ਦੇ ਗੁਰੂ ਵੀ ਹਾਂ। ਸਾਨੂੰ ਤਾਂ ਇਹੀ ਸਿਖਾਇਆ ਜਾਂਦਾ ਜੀ ਜਦੋਂ ਅਸੀਂ ਛੋਟੇ ਹੁੰਦੇ ਹਾਂ ਕਿ ਪਹਿਲਾਂ ਮਾਪੇ ਦੀ ਇੱਜ਼ਤ ਕਰੋ ਅਤੇ ਦੂਜੇ ਥਾਂ ਤੁਹਾਡਾ ਟੀਚਰ ਆ, ਜੋ ਤੁਹਾਨੂੰ ਗਿਆਨ ਦਿੰਦਾ, ਜੋ ਤੁਹਾਨੂੰ ਸਿਕਸ਼ਾ ਦਿੰਦਾ। ਅਤੇ ਬਹੁਤ ਲੋਕਾਂ ਨੂੰ ਤੁਹਾਡਾ ਨਾਂ ਤਾਂ ਪਤਾ ਸੀ ਜੀ ਕਿ JS ਨਾਗਰਾ ਇੱਕ ਵਿਅਕਤੀ ਹੈਗੇ ਆ ਕਿ ਕਵੰਟਰੀ 'ਚ ਰਹਿੰਦੇ ਆ ਅਤੇ ਉਹ ਪੰਜਾਬੀ ਕਿਤਾਬਾਂ ਲਿਖਦੇ ਆ, ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਤੁਹਾਡੀ ਸਟਰਗਲ ਕੀ ਆ, ਤੁਹਾਡੀ ਸਟੋਰੀ ਕੀ ਆ। ਮੈਂ ਹੁਣ ਤੁਹਾਨੂੰ ਆਪਣੀ ਜ਼ੁਬਾਨੀ ਸਾਨੂੰ ਦੱਸੋ ਜੀ ਕਿ ਤੁਸੀਂ ਪਹਿਲਾਂ ਕਿੱਦਾਂ ਇਸ ਮੁਲਕ 'ਚ ਆਏ ਅਤੇ ਤੁਸੀਂ ਇਸ ਮੁਲਕ 'ਚ ਆ ਕੇ ਕੀ ਦੇਖਿਆ ਪੰਜਾਬੀ ਲੈਂਗੁਏਜ ਬਾਰੇ? ਹਰਜਾਪ ਜੀ, ਮੈਂ 1968 ਵਿੱਚ ਇਸ ਦੇਸ਼ ਵਿੱਚ ਆਇਆ ਸੀ। ਹਾਂਜੀ। ਆਮ ਤੌਰ 'ਤੇ ਉਸ ਟਾਈਮ 'ਤੇ ਇੰਪਲੋਇਮੈਂਟ ਬਹੁਤ ਚਿਰ ਮਿਲਦਾ ਸੀ ਤਾਂ ਇੱਧਰ ਆਉਂਦੇ ਸੀ। ਹਾਂਜੀ। ਅਤੇ ਮੈਨੂੰ 2 ਦਫਾ ਪਹਿਲਾਂ ਵੀ ਇੰਪਲੋਇਮੈਂਟ ਬਹੁਤ ਚਿਰ ਮਿਲਿਆ ਸੀ, ਮੈਂ ਨਹੀਂ ਆਇਆ ਸੀਗਾ। ਠੀਕ ਹੈ ਜੀ। ਅਤੇ ਫਿਰ ਕੁਦਰਤੀ ਇੱਕ ਮੇਰਾ ਟਰੈਵਲ ਏਜੰਟ ਵਾਕਫ ਸੀ, ਅਤੇ ਉਹ ਆਪਣਾ ਫੈਮਿਲੀ ਫਰੈਂਡ ਬਣ ਗਿਆ ਸੀ, ਅਤੇ ਉਸ ਨੂੰ ਪਤਾ ਲੱਗਿਆ ਕਿ ਮੇਰੇ 2 ਛੋਟੇ ਬ੍ਰਦਰ ਆ ਜਿਹੜੇ ਕਿ ਇੱਧਰ ਆ ਸਕਦੇ ਸੀ। ਹਾਂਜੀ। ਤਾਂ ਮੈਂ ਵੈਸੇ ਇੱਥੇ ਆਉਣ ਤੋਂ ਪਹਿਲਾਂ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਗੜ੍ਹਸ਼ੰਕਰ, ਹਾਂਜੀ, ਉੱਥੇ ਐਜ਼ ਏ ਲੈਕਚਰਰ ਦੇ ਤੌਰ 'ਤੇ ਕੰਮ ਕਰਦਾ ਸੀ, ਅਤੇ ਜੋਬ ਅੱਛੀ ਸੀ। ਮੈਨੂੰ ਕੁਛ ਮੇਰੇ ਦੋਸਤ ਇੱਧਰ ਆਏ ਵੀ ਸੀ, ਪਰ ਉਹ ਕੋਈ ਬੱਸ ਕੰਡਕਟਰ ਸੀ, ਕੋਈ ਪੋਸਟ ਆਫਿਸ ਕੰਮ ਕਰਦਾ ਸੀ, ਅਤੇ ਫਿਰ ਮੈਂ ਸੋਚਿਆ ਵੀ ਉਹਦੇ ਨਾਲੋਂ ਤਾਂ ਇੱਥੇ ਹੀ ਬੈਟਰ ਆ। ਹਾਂਜੀ। ਲੇਕਿਨ ਜਦੋਂ ਮੈਂ ਫਿਊਚਰ ਆਪਣੀ ਫੈਮਿਲੀ ਬਾਰੇ ਸੋਚਿਆ, ਹਾਂਜੀ, ਅਤੇ ਕਿਉਂਕਿ ਉੱਥੇ ਆਪਣੇ ਦੇਸ਼ ਦੇ ਵਿੱਚ ਆਮ ਜੱਟਾਂ ਦੀ ਫੈਮਿਲੀ ਦੇ ਵਿੱਚ ਜ਼ਮੀਨਾਂ ਕਾਫੀ ਘੱਟ ਹੈਗੀਆਂ। ਹਾਂਜੀ। ਜੇ ਤੁਸੀਂ 4-5 ਬ੍ਰਦਰਸ ਆ ਤਾਂ ਮੁਸ਼ਕਿਲ ਹੈ। ਹਾਂਜੀ। ਲੇਕਿਨ ਮੈਂ ਫਿਰ ਇੱਥੇ ਆ ਗਿਆ ਤਾਂ ਉਹ ਮੇਰੇ ਬ੍ਰਦਰਸ ਵੀ ਇੱਥੇ ਆ ਗਏ ਸੀ ਛੇਤੀ ਮੇਰੀ ਮਦਦ ਦੇ ਨਾਲ। ਅਤੇ ਉਸ ਤੋਂ ਬਾਅਦ ਮੈਂ ਸੋਚ ਰਿਹਾ ਸੀ ਵਾਪਸ ਜਾਣ ਦਾ,
ਤੇ ਲੇਕਿਨ ਫਿਰ ਇੱਥੇ ਚੰਗਾ ਨਹੀਂ ਲੱਗਾ ਸੀ ਤੁਹਾਨੂੰ? ਚੰਗਾ ਤਾਂ ਲੱਗਾ, ਪਰ ਟੀਚਿੰਗ ਦੀ ਜੌਬ ਸਟੇਟ ਵੇਲੇ ਨਹੀਂ ਮਿਲੀ ਸੀ। ਤੇ ਤੁਹਾਡੇ ਮਨ 'ਚ ਸੀਗਾ ਕਿ ਮੈਂ ਟੀਚਰ ਹੀ? ਮੈਂ ਇੰਡੀਆ ਦੇ ਵਿੱਚ ਵੀ ਗੁੱਡ ਟੀਚਰ, ਆਪਣੇ ਆਪ ਨੂੰ ਮੈਂ ਗੁੱਡ ਟੀਚਰ ਕਹਿੰਦੇ ਕਹਾਉਂਦੇ ਟੀਚਰ ਸੀ, ਤੇ ਇੱਥੇ ਵੀ ਮੈਂ ਟੀਚਿੰਗ ਲਾਈਨ ਜਾਣਾ ਚਾਹੁੰਦਾ ਸੀ। ਪਰ ਮੇਰੇ ਨਾਲ ਦੇ ਕਈ ਜਿਹੜੇ ਟੀਚਰ ਆਏ ਸੀ ਉਹ ਕੋਈ ਪੋਸਟ ਆਫਿਸ ਕੰਮ ਕਰਦਾ ਸੀ, ਯਾਨੀ ਮਜ਼ਦੂਰੀ ਵਿੱਚ ਪੈ ਗਏ। ਹਾਂ, ਤੇ ਮੈਨੂੰ ਸਾਰਿਆਂ ਨੇ ਡਿਸਕਰੇਜ ਇਹ ਕੀਤਾ ਕਿ ਇੱਥੇ ਟੀਚਿੰਗ ਬਹੁਤ ਮੁਸ਼ਕਿਲ ਹੈਗੀ ਆ, ਤੇ ਕੋਈ ਹੌਸਲਾ ਨਹੀਂ ਕਰਦਾ ਸੀ। ਤੁਸੀਂ ਫਾਊਂਡਰੀ ਚਲਾ ਪਰ ਹਾਂ ਮੈਂ ਥੋੜਾ 5-6 ਮਹੀਨੇ, ਕਿਉਂਕਿ ਮੈਂ ਉਹਨਾਂ ਦੀ ਰਾਹਦਾਰੀ ਭੇਜਣੀ ਸੀ, ਕਿਉਂਕਿ ਮੈਨੂੰ ਕੰਮ ਕਰਦਾ ਹੋਣਾ ਚਾਹੀਦਾ, ਆਮਦਨ ਹੋਣੀ ਚਾਹੀਦੀ ਆ। ਲੇਕਿਨ ਮੈਂ ਜਿਸ ਘਰ ਦੇ ਵਿੱਚ ਰਹਿੰਦਾ ਸੀ ਉਹ ਮੇਰਾ ਇੱਕ ਸਟੂਡੈਂਟ ਸੀ, ਪਰ ਉਸ ਦੇ ਡੈਡੀ ਨੇ ਆਪਣੇ ਕੋਲੋਂ 1000 ਪਾਉਂਡ ਮੇਰੀ ਕਾਪੀ ਤੇ ਰੱਖ ਕੇ ਮੇਰੀ ਰਾਹਦਾਰੀ ਬਣਵਾਈ। ਤਾਂ ਫਿਰ ਉਸ ਵੇਲੇ ਦੇਖੋ ਕਿੰਨੇ ਲੋਕੀ ਇੱਕ ਦੂਸਰੇ ਦੀ ਹੈਲਪ ਕਰਦੇ ਸੀ। ਮੇਰੇ ਕੋਲ ਪੈਸਾ ਨਹੀਂ ਸੀਗਾ, ਲੇਕਿਨ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ। ਹੁਣ ਤਾਂ ਕਹਿੰਦੇ ਰਾਹਦਾਰੀ ਸਾਨੂੰ ਦਿਓ 10000 ਪਾਉਂਡ ਤਾਂ ਭੇਜਾਂਗੇ। ਪਰ ਉਸ ਫੈਮਿਲੀ ਦੇ ਨਾਲ ਹੁਣ ਤੱਕ ਵੀ ਸਾਡੀ ਬੜੀ ਦੋਸਤੀ ਹੈਗੀ ਆ। ਤਾਂ ਲੇਕਿਨ ਉਸੇ ਟਾਈਮ ਦੇ ਵਿੱਚ ਆਪਣੇ ਵਾਰਕ ਯੂਨੀਵਰਸਿਟੀ ਦੇ ਵਿੱਚ ਮੈਂ ਇੱਕ ਟੀਚਰ ਟ੍ਰੇਨਿੰਗ ਕਾਲਜ ਵਿੱਚ ਅਪਲਾਈ ਕੀਤਾ ਸੀ, ਪੋਸਟ ਗ੍ਰੈਜੂਏਟ ਟੀਚਰ ਦੇ ਕੋਰਸ ਵਾਸਤੇ। ਫੋਰਚੂਨੇਟਲੀ ਮੈਨੂੰ ਐਡਮਿਸ਼ਨ ਮਿਲ ਗਈ। ਫਿਰ ਉਸ ਵੇਲੇ ਐਡਮਿਸ਼ਨ ਦੇ ਵਿੱਚ ਜਦੋਂ ਮਿਲ ਗਈ ਤਾਂ ਉਹਦੀ ਜਿਹੜੀ ਸਾਰੀ ਫੀਸ ਹੈ ਉਹ ਵੀ ਗੌਰਮੈਂਟ ਨੇ ਦਿੱਤੀ, ਨਾਲੇ ਗ੍ਰਾਂਟ ਮਿਲਦੀ ਸੀ। ਗ੍ਰਾਂਟ ਉਨੀ ਕੁ ਮਿਲਦੀ ਸੀ ਜਿੰਨੀ ਮੇਰੀ ਫੈਕਟਰੀ 'ਚ ਕੰਮ ਕਰਨ ਨਾਲ ਉਹਦੇ ਨਾਲੋਂ ਜ਼ਿਆਦਾ ਮਿਲ ਗਈ ਸੀ। ਠੀਕ ਹੈ। ਤੇ ਫਿਰ ਮੈਂ ਉਹ ਟੀਚਰਸ ਟ੍ਰੇਨਿੰਗ 1 ਸਾਲ ਦਾ ਕੋਰਸ ਕੀਤਾ ਸੀ ਵਾਰਕ ਯੂਨੀਵਰਸਿਟੀ ਤੋਂ। ਕੋਰਸ ਕਰਨ ਤੋਂ ਬਾਅਦ ਫਿਰ ਮੈਨੂੰ ਕੋਵੈਂਟਰੀ ਦੇ ਵਿੱਚ ਹੀ ਜੋਬ ਮਿਲ ਗਈ ਸੀ। ਤੇ ਕੋਵੈਂਟਰੀ ਦੇ ਵਿੱਚ ਫਿਰ ਕਿਉਂਕਿ ਮੇਰੇ ਕਾਫੀ ਦੋਸਤ ਵੀ ਸੀਗੇ, ਤੇ ਫਿਰ ਮੈਂ ਕੋਵੈਂਟਰੀ ਲੰਡਨ ਵੀ ਮੈਨੂੰ ਜੋਬ ਮਿਲ ਗਈ ਸੀ। ਤੇ ਲੇਕਿਨ ਮੈਂ ਕੋਵੈਂਟਰੀ 'ਚ ਰਹਿਣਾ ਪਸੰਦ ਕੀਤਾ। ਤੁਸੀਂ ਕਿਹੜਾ ਸਬਜੈਕਟ ਪੜ੍ਹਾਉਣਾ ਸ਼ੁਰੂ ਕੀਤਾ? ਮੈਂ ਉਸ ਵੇਲੇ ਕੋਵੈਂਟਰੀ ਦੇ ਵਿੱਚ ਸੈਕੰਡਰੀ ਮਾਡਰਨ ਸਕੂਲ ਸੀਗੇ ਜਾਂ ਗ੍ਰਾਮਰ ਸਕੂਲ ਸੀ। ਠੀਕ ਹੈ ਜੀ। ਮੈਂ ਗ੍ਰਾਮਰ ਸਕੂਲ ਦੇ ਵਿੱਚ ਸੀ। ਜਿਹੜੇ ਬੱਚੇ 11+ ਐਗਜ਼ਾਮ ਪਾਸ ਕਰ ਜਾਂਦੇ ਉਹਦੇ ਵਿੱਚ ਚਲੇ ਜਾਂਦੇ ਸੀ, ਪਰ ਜਿਹੜੇ ਬੱਚੇ ਪਾਸ ਨਹੀਂ ਕਰਦੇ ਸੀ ਉਹ ਸੈਕੰਡਰੀ ਮਾਡਰਨ ਸਕੂਲਾਂ 'ਚ ਜਾਂਦੇ ਸੀ। ਪਰ ਸੈਕੰਡਰੀ ਮਾਡਰਨ ਸਕੂਲਾਂ 'ਚ ਪੜ੍ਹਾਉਣਾ ਕਾਫੀ ਮੁਸ਼ਕਿਲ ਸੀਗਾ। ਪੜ੍ਹਾਉਣਾ ਤਾਂ ਸੌਖਾ ਸੀਗਾ, ਲੇਕਿਨ ਡਿਸਿਪਲਿਨ ਰੱਖਣਾ ਕਾਫੀ ਮੁਸ਼ਕਿਲ ਸੀ। ਉੱਥੇ ਰੌਣਕੀ ਹੋਣੇ ਸਾਰੇ ਸੁੱਖ ਨਾਲ ਬੱਚੇ। ਪਰ ਮੇਰੇ ਉਸ ਵੇਲੇ ਹੈਡ ਮਾਸਟਰ ਬਹੁਤ ਅੱਛਾ ਸੀ, ਸਟਾਫ ਬੜਾ ਅੱਛਾ ਸੀਗਾ। ਤੇ ਲੇਕਿਨ ਮੈਂ ਉਸ ਸਕੂਲ ਦੇ ਵਿੱਚ 2 ਸਾਲ ਰਿਹਾ, ਸੈਕੰਡਰੀ ਮਾਡਰਨ ਸਕੂਲ। ਮੈਥਮੈਟਿਕਸ ਮੈਂ ਪੜ੍ਹਾਉਂਦਾ ਸੀ। ਅੱਛਾ ਜੀ। ਤੇ ਲੇਕਿਨ ਉਸ ਦੇ ਨਾਲ ਕਾਫੀ ਮੁਸ਼ਕਲਾਂ ਤਾਂ ਆਈਆਂ, ਲੇਕਿਨ ਮੈਂ ਕਾਫੀ ਸਟਰੋਂਗ ਮਾਈਂਡਡ ਸੀ। ਤੇ ਇੱਕ ਹੈਗਾ ਕਿ ਜੇ ਤੁਸੀਂ ਟੀਚਰ ਦੇ ਤੌਰ ਤੇ ਤੁਹਾਡੇ ਵਿੱਚ ਪੇਸ਼ੈਂਸ ਹੈਗਾ, ਉਹ ਪੇਸ਼ੈਂਸ ਜ਼ਰੂਰੀ ਹੋਣਾ ਚਾਹੀਦਾ। ਤੇ ਬੱਚੇ ਜਿਹੜੇ ਆ ਉਹ ਟੀਚਰ ਨੂੰ ਦੇਖ ਲੈਂਦੇ ਆ ਵੀ ਇਹਦੇ 'ਚ ਪੇਸ਼ੈਂਸ। ਜੇ ਜ਼ਿਆਦਾ ਖਿਜਣ ਵਾਲਾ ਟੀਚਰ ਹੋਵੇ ਤਾਂ ਉਹਨੂੰ ਜ਼ਿਆਦਾ ਖਿਜਾਉਂਦਾ। ਤੇ ਇਸ ਕਰਕੇ ਮੈਨੂੰ ਥੋੜ੍ਹੇ ਕਿਉਂਕਿ ਮੈਂ ਇੰਡੀਆ ਦੇ ਵਿੱਚ ਟੀਚਰ ਟ੍ਰੇਨਿੰਗ ਕਰਾਉਂਦਾ ਸੀ, JBT ਜੂਨੀਅਰ ਬੇਸਿਕ ਟੀਚਰ ਟ੍ਰੇਨਿੰਗ ਯੂਨਿਟ ਸੀ ਗੜਸ਼ੰਕਰ ਦੇ ਵਿੱਚ, ਉਸ ਦਾ ਮੈਂ ਇੰਚਾਰਜ ਸੀਗਾ। ਤੇ ਇਸ ਕਰਕੇ ਕੁਛ ਮੈਨੂੰ ਮੈਥਡੋਲੋਜੀ ਆਫ ਟੀਚਿੰਗ ਔਰ ਬੱਚਿਆਂ ਦੇ ਨਾਲ ਕੰਟਰੋਲ ਕਰਨਾ, ਇੱਦਾਂ ਦਾ ਸਿਸਟਮ ਦਾ ਥੋੜ੍ਹਾ ਜਿਹਾ ਜ਼ਿਆਦਾ ਐਕਸਪੀਰੀਅੰਸ ਸੀਗਾ। ਤੁਹਾਨੂੰ ਪੰਜਾਬੀ ਕਿੱਦਾਂ ਆਈਡੀਆ ਆਇਆ ਕਿ ਪੰਜਾਬੀ ਲੈਂਗੁਏਜ ਨੂੰ ਇੱਥੇ ਪੁਸ਼ ਕਰਨਾ ਚਾਹੀਦਾ? ਅੱਛਾ, ਉਹ ਮੇਰਾ ਆਈਡੀਆ ਇਸ ਤਰ੍ਹਾਂ, ਇਹ ਵੀ ਕਾਫੀ ਲੰਬੀ ਸਟੋਰੀ ਆ। ਤੇ ਕੋਵੈਂਟਰੀ ਦੇ ਵਿੱਚ 1972 ਦੇ ਵਿੱਚ ਰੀਆਰਗੇਨਾਈਜੇਸ਼ਨ ਹੋਈ ਐਜੂਕੇਸ਼ਨ ਦੇ ਵਿੱਚ। ਉਸ ਵੇਲੇ ਗ੍ਰਾਮਰ ਸਕੂਲ ਸੀ ਜਾਂ ਸੈਕੰਡਰੀ ਮਾਡਰਨ ਸਕੂਲ ਸੀ, ਲੇਕਿਨ ਉੱਥੇ ਲੇਬਰ ਕੌਂਸਲ ਸੀ ਉਸ ਵੇਲੇ। ਉਹਨਾਂ ਨੇ ਗ੍ਰਾਮਰ ਸਕੂਲ ਸਾਰੇ ਅਬੋਲਿਸ਼ ਕਰ ਦਿੱਤੇ ਔਰ ਸੈਕੰਡਰੀ ਮਾਡਰਨ ਵੀ ਅਬੋਲਿਸ਼ ਕਰ ਦਿੱਤੇ, ਤੇ ਇੱਕ ਕੰਪਰੀਹੈਂਸਿਵ ਸਕੀਮ ਨੂੰ ਸ਼ੁਰੂ ਕੀਤਾ। ਤੇ ਜਿਹੜਾ ਸਾਡਾ ਸਕੂਲ ਸੀ ਉਸ ਦਾ ਨਾਮ ਫਰੈਡਰਿਕ ਬਰਡ ਸੈਕੰਡਰੀ ਸਕੂਲ ਸੀ, ਤੇ ਇੱਕ ਹੋਰ ਸਕੂਲ ਸੀ ਬਰੋਡ ਹੀਥ ਸਕੂਲ, ਤੇ ਇੱਕ ਪ੍ਰਾਇਮਰੀ ਸੈਂਟਰ ਸੀਗਾ ਜਿੱਥੇ ਆਪਣੇ ਇਮੀਗ੍ਰੈਂਟ ਬੱਚੇ ਆਉਂਦੇ ਸੀ, ਇੰਗਲਿਸ਼ ਸਿੱਖਦੇ ਸੀ। ਉਹਨਾਂ ਨੇ ਅਥਾਰਟੀ ਵਾਲਿਆਂ ਨੇ 3 ਸਕੂਲਾਂ ਨੂੰ ਇਕੱਠੇ ਕਰਕੇ ਇੱਕ ਵੱਡਾ ਸਕੂਲ ਬਣਾਤਾ, ਕੰਪਰੀਹੈਂਸਿਵ ਸਕੂਲ ਬਣਾਤਾ ਕੋਵੈਂਟਰੀ ਸਿਟੀ ਸੈਂਟਰ ਦੇ ਵਿੱਚ, ਜਿਸ ਦਾ ਨਾਮ ਸਿਡਨੀ ਸਟ੍ਰਿੰਗਰ ਸਕੂਲ ਐਂਡ ਕਮਿਊਨਿਟੀ ਕਾਲਜ ਸੀਗਾ। ਇਹ ਸਕੂਲ ਇੱਕ ਕਿਸਮ ਦਾ ਯੂਨੀਕ ਸਕੂਲ ਸੀਗਾ। ਤੇ ਉਸ ਦੇ ਜਿਹੜਾ ਹੈਡ ਟੀਚਰ ਸੀ, ਹੀ ਹੈਜ਼ ਅ ਲੋਟ ਆਫ ਐਕਸਪੀਰੀਅੰਸ ਇਨ ਦਾ ਇੰਡਸਟਰੀ। ਉਸਨੇ ਐਸਾ ਇੰਡਸਟਰੀਅਲ ਲਾਈਨ 'ਤੇ ਇਸਨੂੰ ਸ਼ੁਰੂ ਕੀਤਾ। ਤੇ ਜਿਹੜੇ ਡਿਪਟੀ ਹੈਡ ਬਾਹਰ ਤੋਂ ਆਏ
ਕੁਝ ਸਕੂਲ ਦੇ ਟੀਚਰ ਜਿਹੜੇ ਫਰੈਡਰਿਕ ਵਰਲਡ ਔਰ ਸੈਕੰਡ ਬਰੋਡ ਹੀਟ ਦੇ ਉਹ ਵੀ ਇਕੱਠੇ ਕੀਤੇ, ਕੁਝ ਨਵੇਂ ਆਏ। ਲੇਕਿਨ ਉਸ ਵੇਲੇ ਕੰਪਰੀਹੈਂਸਿਵ ਸਕੂਲ ਸੀਗਾ, ਕੋਈ ਨੈਸ਼ਨਲ ਕਰਿਕੂਲਮ ਨਹੀਂ ਸੀ ਉਸ ਵੇਲੇ। ਰਾਈਟ। ਤਾਂ ਤੇ ਹੈਡ ਟੀਚਰ ਨੂੰ ਇਹ ਖੁੱਲ੍ਹ ਸੀ ਕਿ ਜੇ ਉਹ ਕੋਈ ਨਵਾਂ ਸਬਜੈਕਟ ਸ਼ੁਰੂ ਕਰਨਾ ਚਾਹੇ, ਅਗਰ ਕੋਈ ਪੇਰੈਂਟਸ ਚਾਹਣ ਜਾਂ ਟੀਚਰਸ ਚਾਹਣ, ਉਹ ਕਰ ਸਕਦੇ ਸੀ। ਰਾਈਟ। ਸੋ ਹੈਡ ਟੀਚਰ ਦੀ ਮਰਜ਼ੀ ਹੁੰਦੀ ਸੀ ਕਿ ਹੁਣ ਪੇਪਰ ਕਿਹੜਾ ਸੈੱਟ ਕਰਨਾ, ਐਗਜ਼ਾਮ ਕਿਹੜਾ ਸੈੱਟ ਕਰਨਾ, ਸਬਜੈਕਟ ਕਿਹੜੇ ਲਿਆਉਣੇ, ਉਹ ਸਾਰੇ ਹੈਡ ਟੀਚਰ ਦੇ ਕੋਲ ਸੀ। ਉਹ ਸੀ, ਲੇਕਿਨ ਕੁਛ ਕਿਉਂਕਿ ਦੇयर ਵਾਸ ਡਿਫਰੈਂਟ ਸਿਸਟਮ ਐਕਚੁਅਲੀ 1988 ਤੋਂ ਪਹਿਲਾਂ। ਹਾਂ। ਇੰਗਲੈਂਡ ਦੇ ਵਿੱਚ ਜਿਹੜਾ ਸਿਸਟਮ ਸੀ ਬੜਾ ਕੰਪਲਿਕੇਟਡ। ਰਾਈਟ। O ਲੈਵਲ ਸੀ, A ਲੈਵਲ ਸੀ, ਫਿਰ CSE ਸੀ, ਫਿਰ CSE ਕਈ ਕਿਸਮ ਦੀ ਸੀ, CSE ਮੋਡ 1, CSE ਮੋਡ 2, CSE ਮੋਡ 3 ਔਰ CEE ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ। ਤੇ ਉਹ ਫਿਰ ਉਸ ਟਾਈਮ 'ਤੇ ਫੋਰਚੂਨੇਟਲੀ 1972 ਦੇ ਵਿੱਚ ਇੱਕ ਡਿਪਟੀ ਹੈਡ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਇੰਡੀਆ ਜਾਣਾ। ਤੇ ਮੈਂ ਵੈਸੇ ਇੰਡੀਆ ਹਰ ਸਾਲ ਹੀ ਜਾਂਦਾ ਹੁੰਦਾ ਸੀ। ਤੇ ਮੈਂ ਕਿਹਾ ਵੀ ਚਲੋ ਮੈਂ ਵੀ ਨਾਲ ਚੱਲਦਾ। ਤਾਂ ਉਹ ਫਿਰ ਅਸੀਂ ਪ੍ਰੋਗਰਾਮ ਬਣਾਇਆ ਇੰਡੀਆ ਨੂੰ। ਉਹ ਜਿਹੜਾ ਡਿਪਟੀ ਹੈਡ ਸੀ ਉਸ ਦੀ ਵਾਈਫ ਕੋਵੈਂਟਰੀ ਦੇ ਵਿੱਚ ਮੈਜਿਸਟ੍ਰੇਟ ਸੀ, ਕਾਫੀ ਹਾਈ ਪੋਜੀਸ਼ਨ ਸੀ। ਤੇ ਉਹ 1972 ਦੇ ਵਿੱਚ ਅਸੀਂ ਇੰਡੀਆ ਗਏ। ਇੰਡੀਆ ਦੇ ਜਾਣ ਕੇ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਕਈ ਗਏ ਤੇ ਪਿੰਡ 'ਚ ਵੀ ਗਏ, ਪਰ ਜਿੱਥੇ ਵੀ ਅਸੀਂ ਜਾਂਦੇ ਸੀ ਮਤਲਬ ਜਿਸ ਪਿੰਡ ਜਾਂਦੇ ਸੀ ਤਾਂ ਅੱਧਾ ਪਿੰਡ ਤਕਰੀਬਨ ਇਕੱਠਾ ਹੋ ਜਾਂਦਾ ਸੀ। ਗੋਰੇ ਦੇਖੇ ਨਹੀਂ ਹੁੰਦੇ ਉਸ ਟਾਈਮ ਤੇ ਕਿਸੇ ਨੇ ਗੋਰਾ ਗੋਰੀ ਨਹੀਂ ਦੇਖੇ ਸੀ ਤੇ ਹਰ ਇੱਕ ਬੰਦਾ ਚਾਹੁੰਦਾ ਸੀ ਵੀ ਮੇਰੇ ਸਾਡੇ ਘਰ ਚਾਹ ਪੀਓ ਜੀ, ਕਿਸੇ ਨੇ ਹਰ ਇੱਕ ਸੇਵਾ ਕਰਨ ਨੂੰ ਕਰਦੇ ਸੀ। ਔਰ ਉਹ ਇੰਨੇ ਇੰਪ੍ਰੈਸ ਹੋ ਗਏ ਪੰਜਾਬੀ ਕਲਚਰ ਦੇ, ਖਾਸ ਤੌਰ 'ਤੇ ਅਸੀਂ ਕਿਉਂਕਿ ਜ਼ਿਆਦਾ ਪੰਜਾਬ 'ਚ ਰਹੇ ਸੀ। ਜਦੋਂ ਵਾਪਸ ਆਏ ਹੀ ਬਿਕੇਮ ਵੈਰੀ ਸਿੰਪੈਥੈਟਿਕ। ਉਸ ਦੀ ਜਿਹੜੀ ਮਿਸਿਸ ਨੇ ਐਕਚੁਅਲੀ ਗੜਸ਼ੰਕਰ ਦੇ ਵਿੱਚ, ਕਿਉਂਕਿ ਉਹ ਮੈਜਿਸਟ੍ਰੇਟ ਸੀ, ਵਨ ਆਫ ਮਾਈ ਫਰੈਂਡ, ਉੱਥੇ ਦੇ ਮੈਜਿਸਟ੍ਰੇਟ ਨਾਲ ਉਹਨੇ ਉਹਦੀ ਇੰਟਰਵਿਊ ਕਰਾਈ ਕਿ ਭਈ ਇੰਗਲੈਂਡ ਤੋਂ ਮੈਜਿਸਟ੍ਰੇਟ ਆਈ ਹੈ। ਉਸ ਨੇ ਇੱਕ ਗੜਸ਼ੰਕਰ ਦੀ ਹਾਈ ਕੋਰਟ ਦੇ ਵਿੱਚ ਫੈਸਲਾ ਦਿੱਤਾ ਸੀ। ਉਸ ਨੇ ਜੱਜ ਨੇ ਕਹਿ ਦਿੱਤਾ ਭਈ ਆਪਣੇ ਜਿਹੜੇ ਕਲਾਇੰਟਸ ਹੈ ਉਹਨਾਂ ਨੂੰ ਪੁੱਛਿਆ ਕਿ ਜੇ ਇਹ ਜਿਹੜਾ ਫੈਸਲਾ ਕਰੂ ਤੁਹਾਨੂੰ ਮਨਜ਼ੂਰ ਹੈ? ਉਹਨੇ ਕਿਹਾ ਵੀ ਕਿ ਇਹ ਤਾਂ ਨਿਊਟਰਲ ਹੈ ਬਾਹਰ ਤੋਂ ਨਾ। ਉਹ ਕਹਿੰਦੇ ਜੀ ਸਾਨੂੰ ਮਨਜ਼ੂਰ ਹੈ। ਉਹਦੇ ਫੈਸਲਾ ਕੀਤਾ। ਲੇਕਿਨ ਉਸ ਨੇ ਸ਼ੀ ਵਾਜ਼ ਵੈਰੀ ਇੰਪ੍ਰੈਸਡ ਅਤੇ ਉਹ ਉੱਥੇ ਗਈ। ਅਸੀਂ ਜਿਹੜਾ ਗੜਸ਼ੰਕਰ ਕਾਲਜ ਆ ਡਿਪਟੀ ਹੈਡ ਉੱਥੇ ਗਿਆ। ਤੇ ਲੇਕਿਨ ਐਨੀਵੇ ਜਦੋਂ ਉਹ ਵਾਪਸ ਆਈ ਉਸਨੇ ਨਿਊਜ਼ਪੇਪਰ ਵੀ ਕੋਵੈਂਟਰੀ ਇਵਨਿੰਗ ਟੈਲੀਗ੍ਰਾਫ ਦੇ ਵਿੱਚ ਦਿੱਤਾ ਤੇ ਫਿਰ ਉਹਨਾਂ ਨੇ ਆਪਣਾ ਘਰ ਖੋਲ੍ਹ ਦਿੱਤਾ ਕਿ ਕੋਈ ਵੀ ਪੰਜਾਬੀ ਆਵੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਤੇ ਉਹ ਫਿਰ ਮੈਂ ਆਈਡੀਆ ਦਿੱਤਾ ਕਿ ਸਾਡੇ ਜਿਹੜੇ ਉਸ ਵੇਲੇ ਆਪਣੇ ਪੰਜਾਬ ਤੋਂ ਬੱਚੇ ਕਾਫੀ ਆਉਂਦੇ ਸੀਗੇ ਜਿਨ੍ਹਾਂ ਨੂੰ ਪੰਜਾਬੀ ਪੜ੍ਹ ਲਿਖ ਸਕਦੇ ਸੀਗੇ। ਤੇ ਲੇਕਿਨ ਉਹ ਬੱਚੇ ਬੜੇ ਨਿਗਲੈਕਟਡ ਸਮਝਦੇ ਸੀ। ਇੱਕ ਕਾਰਨਰ ਖੜੇ ਰਹਿਣਾ। ਜਿਹੜੇ ਆਪਣੇ ਗੋਰੇ ਬੱਚੇ ਆ ਉਹਨਾਂ ਨੂੰ ਪਸੰਦ ਨਹੀਂ ਕਰਦੇ ਸੀ। ਮਤਲਬ ਉਹਨਾਂ ਦਾ ਇੰਪ੍ਰੈਸ਼ਨ ਅੱਛਾ ਨਹੀਂ ਸੀ ਕਿਉਂਕਿ ਇੰਗਲਿਸ਼ ਉਹ ਬੋਲ ਨਹੀਂ ਸਕਦੇ ਸੀਗੇ। ਜਿਹੜੇ ਇੱਥੇ ਦੇ ਜੰਮੇ ਪਲੇ, ਈਵਨ ਇੱਥੇ ਦੇ ਜਿਹੜੇ ਜੰਮੇ ਬੋਲੇ ਬੱਚੇ ਆ ਉਹ ਵੀ ਉਹਨਾਂ ਨਾਲ ਬੋਲਣਾ ਫਰਕ ਕਰਦੇ ਸੀ। ਮੈਂ ਇਹ ਨੋਟਿਸ ਕੀਤਾ ਬੱਚਿਆਂ ਨੇ। ਜਦੋਂ ਉਹ ਬੱਚੇ ਮੇਰੇ ਕੋਲ ਆਉਂਦੇ ਸੀ ਕਈ ਵਾਰੀ ਮੇਰੇ ਕੋਲ ਗੱਲਾਂ ਬਾਤਾਂ ਕਰਦੇ ਸੀ ਤਾਂ ਆਈ ਵਾਜ਼ ਸੋ ਇੰਪ੍ਰੈਸਡ ਕਿ ਪਰ ਇਹਨਾਂ ਬੱਚਿਆਂ ਦਾ ਤਾਂ ਕਸੂਰ ਨਹੀਂ, ਅਗਲੇ ਡਿਫਰੈਂਟ ਐਟਮੋਸਫੀਅਰ ਤੋਂ ਆਏ ਆ, ਇਹਨਾਂ ਦਾ ਕੁਛ ਨਾ ਕੁਛ ਮਦਦ ਕਰਨੀ ਚਾਹੀਦੀ ਆ। ਦੈਨ ਮੈਂ ਉਸ ਵੇਲੇ ਪਤਾ ਕੀਤਾ ਕਿ ਕੋਈ ਇਸ ਤਰ੍ਹਾਂ ਦਾ ਪੰਜਾਬੀ ਦਾ ਕੋਰਸ ਹੈ। ਤਾਂ ਜਦੋਂ ਮੈਂ ਜੁਆਇੰਟ ਮੈਟ੍ਰਿਕੂਲੇਸ਼ਨ ਬੋਰਡ ਉਸ ਤੋਂ ਸਿਲੇਬਸ ਮੰਗਾਇਆ O ਲੈਵਲ ਦਾ, ਉਸ ਵੇਲੇ O ਲੈਵਲ ਹੁੰਦੀ ਸੀ ਤੇ ਉਹ ਸਿਲੇਬਸ ਦੇ ਵਿੱਚ ਸੀਗਾ ਟਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ, ਪੰਜਾਬੀ ਟੂ ਇੰਗਲਿਸ਼ ਤੇ ਰਾਈਟਿੰਗ ਐਂਡ ਐਸੇ ਇਨ ਪੰਜਾਬੀ। ਜਦੋਂ ਪੰਜਾਬੀ ਟੂ ਇੰਗਲਿਸ਼, ਇੰਗਲਿਸ਼ ਟੂ ਪੰਜਾਬੀ ਟਰਾਂਸਲੇਸ਼ਨ ਹੈ ਤੇ ਮੈਂ ਸਕੂਲਾਂ ਨੂੰ ਕਿਹਾ ਵੀ ਇਹ ਅਸੀਂ ਜੇ ਅਸੀਂ ਪੰਜਾਬੀ ਪੜ੍ਹਾਈਏ ਅਸੀਂ ਇਹਨਾਂ ਦੀ ਇੰਗਲਿਸ਼ ਵੀ ਸਪੋਰਟ ਕਰਦੇ ਹਾਂ। ਤੇ ਉਹਨਾਂ ਨੇ ਮੇਰਾ ਇਹ ਆਈਡੀਆ ਮੰਨ ਲਿਆ ਵੀ ਹੋਣਾ ਚਾਹੀਦਾ। ਤੇ ਅਸੀਂ ਫਿਰ ਉਸ ਵੇਲੇ 4th ਈਅਰ ਆਪਸ਼ਨ ਅਸੀਂ ਸ਼ੁਰੂ ਕੀਤਾ 1973 ਦੇ ਵਿੱਚ ਹੀ। ਤੇ 1973 ਦੇ ਵਿੱਚ ਇਨ ਦੋਜ਼ ਡੇਜ਼ ਮੇਰਾ ਖਿਆਲ ਹੈ ਸਭ ਤੋਂ ਇੰਗਲੈਂਡ ਦੇ ਵਿੱਚ ਪਹਿਲਾ ਸਕੂਲ ਸੀਗਾ ਜਿੱਥੇ ਸਕੂਲ ਟਾਈਮ ਦੇ ਵਿੱਚ ਪੰਜਾਬੀ 4th ਈਅਰ ਸ਼ੁਰੂ ਹੋ ਗਈ। So Mr. Nagra was responsible in 1973 for bringing Punjabi onto a school official timetable, not something that's taught at home or in religious institutions,
ਬਟ ਨਾਗਰਾ ਸਾਹਿਬ ਕਰਕੇ ਪਹਿਲੀ ਸਕੂਲ ਨੇ ਪੰਜਾਬੀ ਸਬਜੈਕਟ ਰੱਖਿਆ ਐਜ਼ ਐਨ ਆਪਸ਼ਨ ਆਪਸ਼ਨ 4th ਈਅਰ ਆਪਸ਼ਨ That's amazing. ਤੇ ਉਸ ਵੇਲੇ ਕਿੰਨੇ students ਸੀ ਉਸ ਵੇਲੇ ਅਰਾਊਂਡ ਅਬਾਊਟ 50 ਸਟੂਡੈਂਟਸ ਕਿਉਂਕਿ ਸਕੂਲ ਬਹੁਤ ਵੱਡਾ ਸੀਗਾ ਅਬਾਊਟ 1800 ਸਕੂਲ ਦੇ ਵਿੱਚ ਜਿੱਦਾਂ ਸਕੂਲ ਇਟ ਵਾਸ ਯੂਨੀਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਹਰਜਾਪ ਜੀ ਉਹ ਈਵਨਿੰਗਸ ਵੀ ਖੁੱਲ੍ਹਾ ਹੁੰਦਾ ਸੀ ਸਵੇਰ ਨੂੰ ਜਿਹੜਾ ਸਪੋਰਟਸ ਹਾਲ ਹੈ ਉਹ ਵੀ ਇਨਸਾਈਡ ਸੀਗਾ ਤੇ ਵੀ ਹੈਡ ਸਿਨੇਮਾ ਤੇ ਮੈਂ ਤੇ ਮੇਰੀ ਵਾਈਫ ਤੇ ਕੁਝ ਫਰੈਂਡਸ ਨਾਲ ਰਲ ਕੇ ਅਸੀਂ ਇੰਡੀਅਨ ਹਾਈ ਕਮਿਸ਼ਨ ਤੋਂ ਫਿਲਮਾਂ ਲਿਆਉਂਦੇ ਸੀ ਔਰ ਉਹ ਸਿਨੇਮੇ ਦੇ ਵਿੱਚ ਅਸੀਂ ਉਹ ਲਾਉਂਦੇ ਸੀ ਮੈਂ ਉਹ ਪ੍ਰੋਜੈਕਟ ਚਲਾਉਣਾ ਸਿੱਖਿਆ ਤੇ ਉਹ ਈਵਨਿੰਗ ਦੇ ਵਿੱਚ ਕਿਉਂਕਿ ਹੁੰਦਾ ਸੀ ਉਹ ਇੱਕ ਕਿਸਮ ਦਾ ਐਂਟਰਟੇਨਮੈਂਟ ਸੈਂਟਰ ਵੀ ਹੁੰਦਾ ਸੀ ਤੇ ਉਹ ਫਿਲਮਾਂ ਦਾ ਸਾਡਾ ਇਹ ਵੀ ਪਰਪਸ ਸੀਗਾ ਕਿ ਜਿਹੜੇ ਬੱਚਿਆਂ ਨੂੰ ਇੰਡੀਆ ਬਾਰੇ ਬਹੁਤ ਭੈੜਾ ਇੰਪ੍ਰੈਸ਼ਨ ਸੀਗਾ ਕੁਝ ਗੋਰਿਆਂ ਨੂੰ ਟੀਚਰਾਂ ਨੂੰ ਵੀ ਬੜਾ ਮਤਲਬ ਭੈੜਾ ਇੰਪ੍ਰੈਸ਼ਨ ਸੀਗਾ ਤੇ ਉਹ ਜਦੋਂ ਫਿਲਮਾਂ ਦੇਖਦੇ ਸੀ ਡਾਕੂਮੈਂਟਰੀ ਫਿਲਮ ਸੀ ਤੇ ਉਹਦੇ ਵਿੱਚ ਅਸੀਂ ਹਾਈ ਕਮਿਸ਼ਨ ਬੱਚਿਆਂ ਨੂੰ ਹਾਈ ਕਮਿਸ਼ਨ ਦੇ ਇੱਥੇ ਦੇ ਆਫਿਸ ਵੀ ਲਾਈਦਾ ਸੀ ਲੰਡਨ ਦੇ ਵਿੱਚ ਸਾਡੇ ਕੋਲ ਸਕੂਲ ਦੇ ਵਿੱਚ ਵੈਨ ਹੁੰਦੀ ਸੀ ਡਰਾਈਵਰ ਲੈ ਕੇ ਆਉਂਦਾ ਸੀ ਉਹਦੇ ਵਿੱਚ ਅਸੀਂ ਇੱਕ ਏਸ਼ੀਅਨ ਸਟੱਡੀਜ਼ ਕੋਰਸ ਵੀ ਸ਼ੁਰੂ ਕੀਤਾ ਸੀਗਾ ਤੇ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦਾ ਐਨੀਵੇ ਤੇ ਉਹ ਜੋ 4th ਈਅਰ ਸ਼ੁਰੂ ਕੀਤਾ 1973 'ਚ ਫਿਰ 74 'ਚ ਉਹ 5th ਈਅਰ ਹੋ ਗਿਆ ਤੇ ਅਸੀਂ ਫਿਰ ਸਾਡੇ ਕੁਦਰਤੀ ਬਾਈ ਚਾਂਸ ਇੱਕ ਗੁਜਰਾਤੀ ਟੀਚਰ ਸੀ ਮਿਸਿਸ ਰਜਾਨੀ ਐਟ ਦੈਟ ਟਾਈਮ ਤੇ ਉਹ ਸੀਗੀ ਤਾਂ ਸਾਇੰਸ ਟੀਚਰ ਲੇਕਿਨ ਉਸਨੇ ਵੀ ਗੁਜਰਾਤੀ ਪੜ੍ਹਾਉਣਾ ਮੰਨ ਲਿਆ ਕੁਝ ਪਾਰਟ ਟਾਈਮ ਜਿੱਦਾਂ ਕੁਝ ਲੈਸਨ ਮੈਂ ਪੰਜਾਬੀ ਦੇ ਬਾਕੀ ਮੈਥਮੈਟਿਕਸ ਪੜ੍ਹਾਉਂਦਾ ਸੀਗਾ ਤੇ ਕੁਝ ਪੰਜਾਬੀ ਪੜ੍ਹਾਉਣੇ ਸ਼ੁਰੂ ਕੀਤੇ ਤੇ ਹੌਲੀ ਹੌਲੀ ਮੇਰਾ ਇੰਟਰਸਟ ਪੰਜਾਬੀ 'ਚ ਵੱਧਦਾ ਗਿਆ ਤੇ ਫਿਰ ਹਰ ਸਾਲ ਅਸੀਂ 5-6 ਸਾਲ ਲਗਾਤਾਰ ਬੱਚੇ ਐਂਟਰ ਕਰਦੇ ਸੀ ਐਗਜ਼ਾਮ ਬੋਰਡ ਦੇ ਵਿੱਚ ਓ ਲੈਵਲ ਲਈ ਤੇ ਹਰ ਸਾਲ ਸਾਡੇ 10-12 ਬੱਚੇ 15-20 ਬੱਚੇ ਵੀ ਕਈ ਵਾਰ ਇਮਤਿਹਾਨ ਹੁੰਦੇ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਦੇयर ਵਾਸ ਨੋ ਏ ਲੈਵਲ ਇਨ ਦਿਸ ਕੰਟਰੀ ਐਟ ਦੈਟ ਟਾਈਮ ਸਿਰਫ ਏ ਲੈਵਲ ਹਿੰਦੀ ਦਾ ਸੀਗਾ ਏ ਲੈਵਲ ਉਰਦੂ ਦਾ ਸੀਗਾ ਬਾਕੀ ਲੈਂਗੁਏਜਿਸ ਫਰੈਂਚ ਜਰਮਨ ਬਾਕੀ ਤਾਂ ਹੈਗੇ ਸੀ ਤੇ ਲੇਕਿਨ ਪੰਜਾਬੀ ਦਾ ਏ ਲੈਵਲ ਇਸ ਦੇਸ਼ ਦੇ ਵਿੱਚ ਨਹੀਂ ਸੀਗਾ ਫਿਰ ਅਸੀਂ ਆਪਣੇ ਸਕੂਲ ਦੇ ਥਰੂ ਆਪਣਾ ਕੇਸ ਬਣਾਇਆ ਵੀ ਜੁਆਇੰਟ ਮੈਟ੍ਰਿਕੂਲੇਸ਼ਨ ਬੋਰਡ ਦੇ ਥਰੂ ਇਸੇ ਮਿਸਟਰ ਐਲਨ ਐਡਵਰਡ ਜਿਹੜਾ ਕਿ ਡਿਪਟੀ ਹੈਡ ਸੀ ਉਸ ਵੇਲੇ ਜਿਹੜਾ ਇੰਡੀਆ ਵੀ ਗਿਆ ਸੀਗਾ ਹੀ ਐਕਚੁਅਲੀ ਸਪੋਰਟਡ ਅਸ ਥਰੂ ਆਊਟ ਉਹਨਾਂ ਨੇ ਜਿਹੜੀ ਕੋਰਸਪੋਂਡੈਂਟ ਹਾਲਾਂਕਿ ਮਟੀਰੀਅਲ ਅਸੀਂ ਪ੍ਰਿਪੇਅਰ ਕਰਦੇ ਸੀ ਲੇਕਿਨ ਐਗਜ਼ਾਮ ਬੋਰਡ ਨਾਲ ਕੋਰਸਪੋਂਡੈਂਸ ਉਹ ਕਰਦੇ ਸੀ ਤੇ ਲੇਕਿਨ ਗੁੱਡ ਨਿਊਜ਼ ਕਿ ਸਾਡਾ ਜਿਹੜਾ ਸਿਲੇਬਸ ਆ ਸਾਡੀ ਜਿਹੜੀ ਸਕੀਮ ਪ੍ਰਪੋਜ਼ਲ ਆ ਬੋਰਡ ਵਾਲਿਆਂ ਨੇ ਐਕਸੈਪਟ ਕਰ ਲਈ ਔਰ 1980 ਦੇ ਵਿੱਚ ਸਾਡੇ ਸਕੂਲ ਦੇ ਬੱਚਿਆਂ ਨੇ ਇਮਤਿਹਾਨ ਪਹਿਲੀ ਵਾਰ ਇਸ ਦੇਸ਼ ਦੇ ਵਿੱਚ ਪੰਜਾਬੀ ਏ ਲੈਵਲ ਦਾ ਇਮਤਿਹਾਨ ਦਿੱਤਾ ਤੇ ਹੁਣ ਇਹ ਆਮ ਗਲੈਡ ਕਿ ਇਹ ਸਾਡਾ ਨੈਸ਼ਨਲ ਸਬਜੈਕਟ ਹੈ ਹਰ ਸਾਲ ਬੱਚੇ 200-250 ਐਗਜ਼ਾਮ ਏ ਲੈਵਲ ਕਰਦੇ ਆ ਤੇ ਉਸ ਮਤਲਬ 1980 ਤੋਂ ਲੈ ਕੇ ਹੁਣ ਤਾਈਂ ਕਈ ਹਜ਼ਾਰ ਬੱਚਿਆਂ ਨੇ ਏ ਲੈਵਲ ਕੀਤਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਹੈ ਉਸ ਵੇਲੇ 1980 ਜਦੋਂ ਪਹਿਲੇ ਏ ਲੈਵਲ ਸੀਗੇ ਕਿੰਨੇ ਬੱਚਿਆਂ ਨੇ ਪੰਜਾਬੀ ਏ ਲੈਵਲ ਕੀਤਾ ਉਸ ਵੇਲੇ ਸਿਰਫ ਸਾਡੇ ਸਕੂਲ ਤੋਂ 5 ਬੱਚਿਆਂ ਨੇ ਇਮਤਿਹਾਨ ਦਿੱਤਾ ਸੀ ਮੇਰੇ ਖਿਆਲ ਨੈਸ਼ਨਲੀ 5 ਹਾਂਜੀ ਸੋ ਪੂਰੇ ਯੂਕੇ ਸਿਰਫ 5 ਬੱਚਿਆਂ ਨੇ ਪਰ ਉਸ ਹੁਣ 250 ਕਰ ਰਹੇ ਆ ਤੁਹਾਡੇ ਹੁਣ ਰਫਲੀ 250 ਦੇ ਕਰੀਬ ਮਤਲਬ ਏਐਸ ਹੁਣ ਏ ਲੈਵਲ ਦੋ ਹਿੱਸਿਆਂ 'ਚ ਹੋ ਗਿਆ ਇੱਕ ਪਾਰਟ 1 ਜਿਹੜੀ ਉਹਨੂੰ ਏਐਸ ਕਹਿੰਦੇ ਆ ਤੇ A2 ਜਿਹੜਾ ਪਾਰਟ 2 ਦੋਨਾਂ ਨੂੰ ਰਲਾ ਕੇ A level ਹੁੰਦਾ So if you've done a Punjabi A level like I have and a lot of you have you're only one out of probably about 200 or 300 people in that whole year who got it so you're exclusive in yourself ਚਲੋ ਗੱਲ ਅਸੀਂ ਹੋਰ ਵੀ ਕਰਨੀ ਹੈ ਨਾਗਰਾ ਸਾਹਿਬ ਨਾਲ ਤਾਂ ਪਹਿਲਾਂ ਅਸੀਂ ਜਾਣੇ ਬ੍ਰੇਕ ਵੱਲ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਗੱਲ ਸਾਡੀ ਹੋ ਰਹੀ ਹੈ ਡਾਕਟਰ ਜੇਐਸ ਨਾਗਰਾ ਨਾਲ ਜਿਨ੍ਹਾਂ ਨੇ ਬਹੁਤ ਸਟਰਗਲ ਕੀਤਾ ਤਾਂ ਕਿ ਤੁਹਾਡੀ ਮਾਂ ਬੋਲੀ ਸਾਡੀ ਮਾਂ ਬੋਲੀ ਨੂੰ ਅਸਤਿਤਵ ਦਿੱਤਾ ਜਾਵੇ ਇੰਗਲੈਂਡ ਦੀ ਐਜੂਕੇਸ਼ਨ ਸਿਸਟਮ 'ਚ ਤੁਸੀਂ ਹੁਣੀ ਸੁਣ ਕੇ ਹਟੇ ਆ ਕਿ ਜੀ ਇਹਨਾਂ ਨੇ ਕਿੰਨਾ ਸੰਘਰਸ਼ ਕੀਤਾ ਤਾਂ ਇਹਨਾਂ ਕਰਕੇ ਪੰਜਾਬੀ ਏ ਲੈਵਲ ਜੋ ਹੈਗਾ ਆ ਉਹ ਮੰਨਿਆ ਗਿਆ ਅਤੇ ਲਿਆਏ ਗਏ ਸਿਸਟਮ 'ਚ ਨਾਗਰਾ ਸਾਹਿਬ ਜਦੋਂ ਤੁਸੀਂ ਪੰਜਾਬੀ ਪੜ੍ਹਾਉਣ ਲੱਗੇ ਆ ਐਜ਼ ਐਨ ਅਫੀਸ਼ੀਅਲ ਸਬਜੈਕਟ ਸਕੂਲ ਵਿੱਚ ਤੁਹਾਨੂੰ ਬਾਕੀ ਟੀਚਰਾਂ ਨੇ ਜਾਂ ਲੋਕਲ ਕਮਿਊਨਿਟੀ ਨੇ ਗੋਰੇ ਗੁੱਸੇ ਨਹੀਂ ਹੋਏ ਕਿ ਜੀ ਇਹ ਸਬਜੈਕਟ ਕਾਹਨੂੰ ਤੁਸੀਂ ਪੜ੍ਹ ਰਹੇ ਆ ਸਾਡੇ ਸਕੂਲਾਂ 'ਚ ਸਾਡੇ ਕੰਟਰੀ ਨੂੰ ਟੇਕ ਓਵਰ ਕਰ ਰਹੇ ਜਿੱਦਾਂ ਆਮ ਤੌਰ 'ਤੇ ਕਰਦੇ ਹੁੰਦੇ ਇੱਦਾਂ ਦੀ ਓਪੋਜੀਸ਼ਨ ਮਿਲੀ ਓਪੋਜੀਸ਼ਨ ਬਹੁਤ ਜ਼ਿਆਦਾ it was not easy actually ਮੈਂ as mathematics teacher ਜਿੱਦਾਂ ਆਮ ਉਸ ਵੇਲੇ ਆਰਡੀਨਰੀ ਟੀਚਰ ਸ਼ੁਰੂ ਕਰਦੇ ਆ ਤੇ ਮੇਰੀ ਵੈਸੇ ਮੈਥਮੈਟਿਕਸ ਟੀਚਰ 2 ਸਾਲਾਂ ਬਾਅਦ ਸਕੇਲ 2 ਸਕੇਲ 1 ਤੇ ਆਮ ਟੀਚਰ ਸ਼ੁਰੂ ਕਰਦੇ ਆ ਤੇ ਮੈਨੂੰ 2 ਸਾਲਾਂ ਬਾਅਦ ਵਿੱਚ ਹੀ ਮੈਥਮੈਟਿਕਸ 'ਚ ਸਕੇਲ 2 ਮਿਲ ਗਈ ਸੀ ਫਿਰ 2 ਸਾਲਾਂ ਦੇ ਬਾਅਦ ਜਿਹੜੀ 4 ਸਾਲ ਤੋਂ ਬਾਅਦ ਮੈਨੂੰ ਸਕੇਲ 3 ਮਿਲ ਗਈ ਸੀ
ਉਹ ਉਸ ਟਾਈਮ ਤੇ ਤਕਰੀਬਨ ਸਕੇਲ 3 ਟੀਚਰ ਹੈੱਡ ਆਫ ਦੀ ਡਿਪਾਰਟਮੈਂਟ ਦੇ ਬਰਾਬਰ ਹੁੰਦੇ ਆ। ਤੇ ਉਸ ਵੇਲੇ ਮੈਂ ਇੱਕ ਕਾਉਂਸਲਿੰਗ ਦਾ ਵੀ ਕੋਰਸ ਕੀਤਾ ਸੀ 4 ਸਾਲ ਦਾ, ਤੇ ਐਡਵਾਂਸ ਕਾਉਂਸਲਿੰਗ ਕੋਰਸ। ਫਿਰ ਮੈਂ ਸਕੂਲ ਦਾ ਕਾਉਂਸਲਰ ਵੀ ਬਣ ਗਿਆ, ਜਿਹਦੇ ਵਿੱਚ ਮਤਲਬ ਕੋਈ ਡਿਫੀਕਲਟੀਜ਼ ਟੀਚਰਸ ਨੂੰ ਆਉਂਦੀਆਂ, ਬੱਚਿਆਂ ਨੂੰ ਆਉਂਦੀਆਂ, ਤੇ ਉਹ ਫਿਰ ਮੈਨੂੰ ਗੱਲਬਾਤ ਕਰਨਾ। ਲੇਕਿਨ ਏਸ਼ੀਅਨ ਲੈਂਗੁਏਜ ਦੇ ਵਿੱਚ ਸਕੂਲ ਵਾਲਿਆਂ ਨੇ ਜੀਅਰ ਉਸ ਵੇਲੇ 4th ਈਅਰ ਕਹਿੰਦੇ, ਅੱਜ ਕੱਲ੍ਹ ਜੀਅਰ 10 ਕਹਿੰਦੇ, 10 11 12 'ਚ ਤਾਂ ਸ਼ੁਰੂ ਕਰ ਦਿੱਤੀ, ਲੇਕਿਨ ਜੀਅਰ 1 2 3 'ਚ ਨਹੀਂ ਕਰਦੇ ਸੀ। ਰਾਈਟ। ਬਹੁਤ ਕੋਸ਼ਿਸ਼ ਕੀਤੀ, ਲੇਕਿਨ ਜਿਹੜੀ ਫਰੈਂਚ ਔਰ ਸਪੈਨਿਸ਼ ਟੀਚਰ ਆ ਸਾਡੇ ਸਕੂਲ ਦੇ ਵਿੱਚ, ਉਹ ਇਸ ਤੇ ਬਰੇ ਬਹੁਤ ਖਿਲਾਫ ਸੀ। ਰਾਈਟ। ਉਹ ਸਮਝਦੇ ਸੀ ਸਾਡੀ ਥ੍ਰੈਟ ਸੀ। ਉਹਨਾਂ ਨੂੰ ਕੀ ਬਿਮਾਰੀ? ਉਹਨਾਂ ਨੂੰ ਬਿਮਾਰੀ ਇਹ ਸੀ ਕਿ ਅਗਰ ਬੱਚੇ ਪੰਜਾਬੀ ਪੜ੍ਹ ਲੈਣ, ਉਹਨਾਂ ਦਾ ਨੰਬਰ ਘੱਟ ਜਾਏਗਾ, ਉਹਨਾਂ ਦੀ ਟੀਚਿੰਗ ਪੋਸਟ ਘੱਟ ਜਾਣਗੀਆਂ। ਤੇ ਫਿਰ ਸਕੂਲ ਵਾਲਿਆਂ ਨੇ ਇੱਕ ਕਮੇਟੀ ਸਬਮਿਟ, ਕਿਉਂਕਿ ਮੈਂ ਕਾਫੀ ਸਟਰੋਂਗ ਸੀ, ਸਾਡੇ ਵਿੱਚ 8-9 ਹੋਰ ਵੀ ਏਸ਼ੀਅਨ ਟੀਚਰ ਸੀ, ਤੇ ਮੈਂ ਉਹਨਾਂ ਦਾ ਵੈਸੇ ਇੱਕ ਕੋਆਰਡੀਨੇਟਿੰਗ ਫਿਗਰ ਸੀਗਾ। ਤੇ ਮੈਂ ਸਾਰਿਆਂ ਨੂੰ ਨਾਲ ਗੱਲਬਾਤ ਕਰਕੇ ਅਸੀਂ ਜੋ ਕੁਝ ਵੀ ਕਰਦੇ ਸੀ ਇੱਕ ਦੂਸਰੇ ਨਾਲ ਸਲਾਹ ਨਾਲ ਕਰ ਲੈਂਦੇ ਸੀ। ਤੇ ਅਸੀਂ ਕਈ ਈਵਨਿੰਗ ਫੰਕਸ਼ਨਸ ਮਤਲਬ ਏਸ਼ੀਅਨ ਕਲਚਰ ਵਾਸਤੇ ਮਤਲਬ ਜਦ ਵੀ ਇਕੱਠੇ ਹੋ ਜਾਂਦੇ ਸੀ। ਲੇਕਿਨ ਇਸ ਦੇ ਵਿੱਚ ਮੈਂ ਸੋਚਿਆ ਵੀ ਇਹ ਤਾਂ ਬੜਾ ਮੁਸ਼ਕਿਲ ਹੈ, ਜਦ ਤਾਈਂ ਫਰੈਂਚ ਔਰ ਸਪੈਨਿਸ਼ ਦੇ ਟੀਚਰ ਐਗਰੀ ਨਹੀਂ ਕਰਦੇ, ਸਕੂਲ ਵਾਲਿਆਂ ਨੇ ਨਹੀਂ ਮੰਨਣਾ। ਫਿਰ ਮੈਂ ਸੋਚਿਆ ਕਿ ਇਟ ਵਾਜ਼ ਮਾਈ ਆਈਡੀਆ ਕਿ 2 ਲੈਂਗੁਏਜ ਪੋਲਿਸੀ। ਰਾਈਟ। ਮੈਂ ਕਿਹਾ ਵੀ ਸਕੂਲ ਵਾਲਿਆਂ ਨੂੰ ਠੀਕ ਹੈ, ਫਰੈਂਚ ਵੀ ਏਸ਼ੀਅਨ ਬੱਚਿਆਂ ਨੂੰ ਵਨ ਆਫ ਦਾ ਯੂਰਪੀਅਨ ਲੈਂਗੁਏਜ ਵੀ ਆਉਣੀ ਚਾਹੀਦੀ ਹੈ, ਤੇ ਨਾਲ ਦੀ ਨਾਲ ਪੰਜਾਬੀ ਜਾਂ ਗੁਜਰਾਤੀ ਜਾਂ ਉਰਦੂ ਇਹ ਵੀ ਆਉਣੇ ਚਾਹੀਦੇ। ਤੇ ਫਿਰ ਉਹ ਸਕੂਲ ਵਾਲਿਆਂ ਨੇ ਕਿਹਾ ਵੀ ਕਿਉਂਕਿ ਮੈਂ ਸਕੂਲ ਦਾ ਫੁੱਲ ਟਾਈਮ ਟੀਚਰ ਸੀ, ਸੋ ਮੈਨੂੰ ਇਨਸ ਐਂਡ ਆਊਟਸ ਦਾ ਪਤਾ ਸੀ। ਕੋਈ ਵੀ ਪੋਲਿਸੀ ਹੁੰਦੀ ਸੀ ਜਾਂ ਉਹ ਛਪ ਜਾਂਦੀ ਸੀ, ਜਿਹੜੇ ਟੀਚਰ ਡਿਸਕਸ ਕਰਦੇ ਸੀ, ਤੇ ਜਿਹੜੀ ਸਬਜੈਕਟ ਚੋਇਸ ਉਹ ਮੈਨੂੰ ਪਤਾ ਸੀਗਾ ਕਿਸ ਤਰ੍ਹਾਂ ਕਿੱਦਾਂ ਡਿਸਕ੍ਰੀਮੀਨੇਟ, ਕਈ ਵਾਰੀ ਹੈਡ ਆਫ ਡਿਪਾਰਟਮੈਂਟ ਉਹ ਟਾਈਮ ਟੇਬਲ ਇਸ ਹਿਸਾਬ ਨਾਲ ਬਣਾਉਣਾ, ਤਾਂ ਸਕੀਮ ਇਸ ਤਰ੍ਹਾਂ ਬਣਾਉਣੀ ਕਿ ਸਬਜੈਕਟ ਚੋਇਸ ਦਾ ਹੋਣਾ ਬੜਾ ਮੁਸ਼ਕਿਲ ਹੁੰਦਾ ਸੀ। ਉਸ ਦੇ ਲਈ ਫਿਰ ਮੈਂ ਕਿਹਾ 2 ਲੈਂਗੁਏਜ ਪੋਲਿਸੀ ਹੋਣੀ ਚਾਹੀਦੀ ਹੈ। ਕੁਛ ਟੀਚਰ ਮੇਰੇ ਨਾਲ ਮੰਨ ਗਏ ਕਿ ਸਾਡੇ ਸਕੂਲ ਦੇ ਵਿੱਚ ਜ਼ਿਆਦਾ ਪੰਜਾਬੀ ਜ਼ਿਆਦਾ ਸੀ, ਜਾਂ ਮੁਸਲਮਾਨ ਜਿਹਨਾਂ ਦੀ ਲੈਂਗੁਏਜ ਉਰਦੂ ਸੀ, ਜਾਂ ਗੁਜਰਾਤੀ। ਅਸੀਂ ਸੋਚਿਆ, ਫਿਰ ਮੈਂ ਕਿਹਾ ਵੀ 5 ਲੈਂਗੁਏਜਿਸ ਆਫਰ ਕਰੋ, 5 ਚੋਂ ਬੱਚੇ ਜਿਹੜੀ ਵੀ ਮਰਜ਼ੀ 2 ਚੂਜ਼ ਕਰ ਸਕਦੇ ਆ। ਇਨ ਪ੍ਰਿੰਸੀਪਲ ਸਕੂਲ ਵਾਲਿਆਂ ਨੇ ਮੰਨ ਲਈ ਗੱਲ, ਪਰ ਮੈਨੂੰ ਕਹਿੰਦੇ ਵੀ ਤੂੰ ਇਹ ਦੱਸ ਵੀ ਇਹ ਟਾਈਮ ਕਿੱਥੋਂ ਆਏਗਾ, ਵੇਅਰ ਵਿਲ ਦਾ ਟਾਈਮ ਕਮ ਫਰਮ। ਬਿਲਕੁਲ। ਤੇ ਫਿਰ ਦੈਟ ਵਾਜ਼ ਅਨਦਰ ਪ੍ਰੋਬਲਮ। ਤੇ ਉਸ ਟਾਈਮ ਤੇ ਸਾਡੇ ਵੈਸੇ ਕੁਦਰਤੀ ਇਹ ਸੀਗਾ ਵੀ 1 ਆਵਰ 20 ਮਿੰਟਸ ਦਾ ਡਬਲ ਲੈਸਨ ਹੁੰਦਾ ਸੀ। ਠੀਕ ਹੈ। ਮੋਸਟ ਟੀਚਰਸ ਇਸ ਤੋਂ ਖੁਸ਼ ਨਹੀਂ ਸੀ, ਉਹ ਕਹਿੰਦੇ ਸੀ ਵੀ ਬੱਚੇ 1 ਘੰਟਾ 20 ਮਿੰਟ ਕੌਨਸਨਟਰੇਟ ਇੱਕ ਲੈਸਨ 'ਤੇ ਨਹੀਂ ਕਰਦੇ ਸੀ। ਤੇ ਉਹ ਫਿਰ ਮੈਨੂੰ ਕੁਛ ਉੱਥੋਂ ਸਪੋਰਟ ਮਿਲ ਗਈ। ਮੈਂ ਸੋਚਿਆ ਵੀ ਕਮ ਸੇ ਕਮ ਅੱਧਾ ਘੰਟਾ ਜਾਂ 25-30 ਮਿੰਟ ਇੱਥੋਂ ਘਟਾਇਆ ਜਾਵੇ। ਫਿਰ ਸਾਡਾ ਸਕੂਲ ਇਨਰ ਸਿਟੀ ਹੋਣ ਕਰਕੇ ਇੰਗਲਿਸ਼ ਨੂੰ ਜਿੰਨਾ ਟਾਈਮ ਹੋਣਾ ਚਾਹੀਦਾ ਸੀ ਉਸ ਦੇ ਨਾਲ ਵੀ ਬਹੁਤ ਜ਼ਿਆਦਾ ਦਿੱਤਾ ਹੋਇਆ ਸੀ। ਤੇ ਫਿਰ ਮੈਂ ਹੈਡ ਆਫ ਦੀ ਇੰਗਲਿਸ਼ ਡਿਪਾਰਟਮੈਂਟ ਨੂੰ ਮਿਲਿਆ, ਬਾਕੀ ਕੁਛ ਟੀਚਰਾਂ ਦੇ ਨਾਲ, ਤੇ ਉਹ ਵੀ ਅੱਧਾ ਕੁ ਘੰਟਾ ਆਪਣਾ ਟਾਈਮ ਘਟਾਉਣ 'ਚ ਮੰਨ ਗਏ। ਤੇ ਫਿਰ ਅਸੀਂ ਇੱਕ ਬਲੋਕ ਹੋਰ 1.5 ਆਵਰ ਦਾ ਬਲੋਕ ਸ਼ੁਰੂ ਹੋਰ ਕਰ ਦਿੱਤਾ। ਅਸੀਂ ਇਹ ਵੀ ਮੰਨ ਗਏ ਵੀ ਫਰੈਂਚ ਵਾਲਿਆਂ ਨੂੰ ਅਗਰ 4 ਲੈਸਨ ਹੈ, ਅਸੀਂ 3 ਲੈਸਨ ਨਾਲ ਵੀ ਗੁਜ਼ਾਰਾ ਕਰ ਲਵਾਂਗੇ। ਠੀਕ ਹੈ। ਸੋ ਕੰਪਰੋਮਾਈਜ਼, ਤੁਹਾਨੂੰ ਅਗਰ ਤੁਸੀਂ ਕੋਈ ਗੱਲ ਬਣਾਉਣੀ ਹੈ, ਔਰ ਫਿਰ ਮੈਂ ਇਸ ਦੇ ਵਿੱਚ 6-7 ਪੇਜ ਦਾ ਪੇਪਰ ਲਿਖਿਆ, ਜਿਸ ਦੇ ਵਿੱਚ ਕਿਉਂ ਬੱਚੇ ਜੀਅਰ 1 ਐਂਡ 2 3 'ਚ ਫਰੈਂਚ ਔਰ ਸਪੈਨਿਸ਼ ਪੜ੍ਹਦੇ ਆ, ਅਤੇ ਜੀਅਰ 4 ਵਿੱਚ ਨੰਬਰ ਕਿਉਂ ਘੱਟ ਜਾਂਦਾ। ਅਤੇ ਫਿਰ ਆਮ ਤੌਰ 'ਤੇ ਤਾਂ ਜਿਹੜੇ ਫਰੈਂਚ ਟੀਚਰ ਆ, ਉਹ ਜਿਹੜੇ ਬੱਚੇ ਸ਼ਰਾਰਤੀ ਹੁੰਦੇ ਸੀ ਉਹਨਾਂ ਨੂੰ ਪੰਜਾਬੀ 'ਚ ਭੇਜ ਦਿਓ ਜਾਂ ਉਰਦੂ 'ਚ ਭੇਜ ਦਿਓ, ਨੋਟੀ ਬॉय ਨੂੰ ਪੰਜਾਬੀ ਭੇਜ ਦਿਓ। ਹਾਂਜੀ। ਅੱਛਾ। ਫਿਰ ਐਨੀਵੇ ਆਫਟਰ ਅਬਾਊਟ 1 ਈਅਰ ਤੁਸੀਂ ਦੇਖੋ ਵੀ ਸਕੂਲਾਂ ਦੇ ਵਿੱਚ ਜਾਂ ਜਿੱਥੇ ਵੀ ਆਰਗੇਨਾਈਜੇਸ਼ਨ ਵਿੱਚ ਤੁਸੀਂ ਕੋਈ ਗੱਲ ਕਰਨੀ ਆ, ਇਟਸ ਨਾਟ ਏ 1 ਡੇ ਡਿਸੀਜਨ, ਇਟ ਟੇਕਸ ਲੌਂਗ ਟਾਈਮ। ਇਹ ਵੀ ਹੈ ਕਿ ਉਸ ਦੇ ਨਾਲ ਤੁਹਾਨੂੰ ਦਿਮਾਗੀ ਤੌਰ 'ਤੇ ਆਰਗੂ ਕਰਨਾ ਪੈਂਦਾ। ਹਾਂਜੀ।
ਤੁਹਾਨੂੰ ਰੀਜ਼ਨ ਦੇਣੀ ਐਕੈਡਮਿਕਲੀ ਤੁਸੀਂ ਡੰਡੇ ਮਾਰਨੇ ਕੇ ਨਹੀਂ ਨਾ ਜਾਂ ਨਾਰੇ ਲਾ ਕੇ ਨਹੀਂ ਕਹਾਂ ਤੁਸੀਂ ਜਲੂਸ ਕੱਢਦੇ ਹੋ ਜੀ ਡੰਡੇ ਅਸੀਂ ਆ ਨਹੀਂ ਹੁੰਦੇ ਤਾਂ ਆਪਣਾ ਹੀ ਨਿਕਲਦਾ ਨਹੀਂ ਤੁਹਾਨੂੰ ਯੂ ਹੈਵ ਟੂ ਆਰਗਿਊ ਅਬਾਊਟ ਇਟ ਤੇ ਕਿਉਂਕਿ ਮੇਰੇ ਨਾਲ ਸਟਾਫ ਜਿਹੜਾ ਹੈਗਾ ਠੀਕ ਹੈ ਮੈਂ ਹਰ ਵੇਲੇ ਆਪੋਜੀਸ਼ਨ 'ਚ ਹੁੰਦਾ ਸੀਗਾ ਤੇ ਮੈਂ ਸਫ਼ਰ ਵੀ ਕੀਤਾ ਕਾਫੀ ਕਿਉਂਕਿ ਵੈਸੇ ਸਕੂਲ ਦੇ ਵਿੱਚ ਮੇਰੀ ਬੜੀ ਇੱਜ਼ਤ ਸੀ ਬੱਚੇ ਬੜੇ ਮੇਰੀ ਰਿਸਪੈਕਟ ਕਰਦੇ ਸੀ ਟੀਚਰਸ ਵੀ ਰਿਸਪੈਕਟ ਕਰਦੇ ਸੀ ਈਵਨ ਹੈਡ ਟੀਚਰ ਵੀ ਕੋਈ ਵੀ ਸੀਨੀਅਰ ਮੈਨੇਜਮੈਂਟ ਦੀ ਮੀਟਿੰਗ ਹੁੰਦੀ ਸੀ ਜਾਂ ਸ਼ਾਮ ਨੂੰ ਕਦੇ ਵੀ ਉਹਨੇ ਆਪਣੇ ਘਰ ਬੁਲਾਉਣਾ ਤਾਂ ਆਈ ਵਾਜ਼ ਆਲਵੇਜ਼ ਇਨਵਾਈਟਡ ਭਾਵੇਂ ਮੈਂ ਖਿਲਾਫ ਹੁੰਦਾ ਸੀ ਪਰ ਉਹਨਾਂ ਨੂੰ ਇਹ ਸਾਬਤ ਹੋ ਗਿਆ ਸੀਗਾ ਵੀ ਮੈਂ ਜੇ ਖਿਲਾਫ ਬੋਲਦਾ ਤਾਂ ਮੈਂ ਕਿਸੇ ਪਰਪਸ ਲਈ ਆ not for my own sake, for the sake of the children, for the sake of the community and for the sake of the school. School ਦੀ purpose ਲਈ ਆ ਅੱਛਾ ਫਿਰ ਉਹ in the end ਉਹ ਮੇਰਾ ਸਕੀਮ ਮੰਨ ਗਏ ਤੇ ਫਿਰ ਅਸੀਂ ਕੀਤਾ ਕਿ year 7 ਹੁਣ ਉਸ ਵੇਲੇ year first year ਹੁੰਦਾ ਸੀ 7 8 9 ਸ਼ੁਰੂ ਹੋ ਗਈ ਪੰਜਾਬੀ ਉਸ ਦੇ ਨਾਲ ਇੱਕ ਟੀਚਰ ਹੋਰ ਅਪਾਇੰਟ ਕਰਨਾ ਪਿਆ ਤੇ in the end we had ਉਸ ਸਕੂਲ ਦੇ ਵਿੱਚ ਦੋ ਕਿਉਂਕਿ ਫਿਰ ਮੈਂ ਪੰਜਾਬੀ ਜ਼ਿਆਦਾ ਪੜ੍ਹਾਉਣ ਲੱਗ ਗਿਆ ਮੇਰੇ ਮੈਂ ਸਿਰਫ ਇੱਕ ਜਾਂ ਦੋ ਕਲਾਸਾਂ ਮੈਥਸ 'ਚ ਰੱਖੀਆਂ ਸੀ ਫਿਰ ਮੈਂ ਸਾਰਾ ਪੰਜਾਬੀ ਪੜ੍ਹਾਉਂਦਾ ਸੀਗਾ ਜਾਂ ਏਸ਼ੀਅਨ ਸਟੱਡੀਜ਼ ਤੇ ਇੱਕ ਸਾਡੇ 6th ਫਾਰਮ ਨੂੰ ਆਪਸ਼ਨ ਸਟੱਡੀਜ਼ ਹੁੰਦੀ ਸੀ ਉਹ 'ਚ ਮੈਂ ਪੜ੍ਹਾਉਂਦਾ ਸੀ ਗਵਰਨਮੈਂਟ ਐਂਡ ਪੋਲੀਟਿਕਸ ਤੇ ਉਹ ਮੈਂ ਕਿਉਂਕਿ ਮੈਂ 6th ਫਾਰਮ ਟਿਊਟਰ ਵੀ ਤਕਰੀਬਨ 10 ਸਾਲ ਰਿਹਾ ਕਿਉਂਕਿ ਮੈਨੂੰ ਇਹ ਉਹ 6th ਫਾਰਮ ਟਿਊਟਰ ਦਾ ਮੈਨੂੰ ਇਹ ਫਾਇਦਾ ਸੀਗਾ ਜਿੰਨੇ ਵੀ ਏਸ਼ੀਅਨ 6th ਫਾਰਮ ਬੱਚੇ ਸੀਗੇ ਜੋ ਵੀ ਮੈਂ ਬੱਚਿਆਂ ਨੂੰ ਮਤਲਬ ਪਬਲਿਕਲੀ ਗੱਲ ਕਰਾਉਣੀ ਸੀ ਉਹ ਇੱਕ ਦੋ ਚੌਂ ਨੂੰ ਕਹਿਣਾ ਉਹਨਾਂ ਨੇ ਸਾਰੇ ਸਕੂਲ 'ਚ ਫੈਲਾ ਦਿੰਦੇ ਸੀ ਗੱਲ ਅੱਛਾ ਇੱਕ ਵਾਰੀ ਉਹਨਾਂ ਨੇ ਸਕੂਲ ਵਾਲਿਆਂ ਨੇ ਕਿਹਾ ਵੀ ਏਸ਼ੀਅਨ ਦੇ ਪੇਰੈਂਟਸ ਬੱਚੇ ਲੈਣਾ ਨਹੀਂ ਚਾਹੁੰਦੇ ਉਹ ਮੈਂ 3-4 6th ਫਾਰਮ ਨੂੰ ਕਿਹਾ ਵੀ ਸਰਵੇ ਕਰਨਾ ਸਕੂਲ ਵਾਲਿਆਂ ਨੇ ਉਹਨਾਂ ਨੇ ਪੁੱਛਣਾ ਵੀ ਕਮਿਊਨਿਟੀ ਲੈਂਗੁਏਜ ਪੰਜਾਬੀ ਹੋਣੀ ਚਾਹੀਦੀ ਹੈ ਉਰਦੂ ਗੁਜਰਾਤੀ ਹੋਣੀ ਚਾਹੀਦੀ ਕਿ ਨਹੀਂ ਇਹ ਤੁਸੀਂ ਬੱਚਿਆਂ ਨੂੰ ਕਿਉਂ ਵੀ ਆਪਣਾ ਵੋਟ ਦੇ ਪਾਉਣ ਉਹ ਫਿਰ ਟੂ ਦਾ ਸਕੂਲ ਸਰਪ੍ਰਾਈਜ਼ ਕਿੰਨੇ ਪਰਸੈਂਟ ਨੇ ਮੋਰ ਦੈਨ 80% ਨੇ ਕਿਹਾ ਵੀ ਸਾਡੀ ਲੈਂਗੁਏਜ ਹੋਣੀ ਚਾਹੀਦੀ ਹੈ ਯੂਜੂਅਲੀ ਆਪਣੇ ਬੱਚੇ ਪਸੰਦ ਨਹੀਂ ਕਰਦੇ ਲੇਕਿਨ ਮੈਂ ਇਹ ਵੀ ਕਹਿਣਾ ਕਿ ਅਗਰ ਗੁੱਡ ਟੀਚਰ ਆ ਗੁੱਡ ਟੀਚਿੰਗ ਮਟੀਰੀਅਲਸ ਆ ਤੇ ਬੱਚੇ ਆਉਂਦੇ ਆ ਬੱਚੇ ਲਾਈਕ ਕਰਦੇ ਆ ਤੇ ਜਿੱਦਾਂ ਹੁਣ ਮੈਂ ਫਰਜ਼ ਕੀਤਾ ਮੈਂ ਕਦੇ ਆਪਣੇ ਦਿਮਾਗ 'ਚ ਕਦੇ ਸੋਚਿਆ ਨਹੀਂ ਸੀ ਵੀ ਮੈਂ ਪੰਜਾਬੀ ਦਾ ਟੀਚਰ ਬਣੂੰਗਾ ਪਰ ਮੈਂ ਆਈ ਟੁੱਕ ਦਾ ਚੈਲੰਜ ਤੁਸੀਂ ਤਾਂ ਇੰਡੀਆ ਤੋਂ ਆਏ ਹੋਣਗੇ ਮੈਂ ਅੰਗਰੇਜ਼ੀ ਦਾ ਟੀਚਰ ਬਣੂੰਗਾ ਉਹ ਤੁਸੀਂ ਉੱਥੇ ਉਹੀ ਜੰਪ 'ਚ ਫਸ ਕੇ ਮੁੜ ਕੇ ਪੰਜਾਬੀ ਇੰਡੀਆ ਦੇ ਵਿੱਚ ਤਾਂ ਜੇ ਕਹੋ ਵੀ ਮੈਂ ਪੰਜਾਬੀ ਦਾ ਟੀਚਰ ਮੈਂ ਇੰਗਲੈਂਡ ਜਾ ਕੇ ਪੰਜਾਬੀ ਪੜ੍ਹਾਉਣੀ ਉਹਨਾਂ ਨੇ ਕਹਿਣਾ ਇੱਥੇ ਪੜ੍ਹਾਈ ਆ ਪਿੰਡ ਦੇ ਨਿਆਣੇ ਨੂੰ ਤੇ ਐਨੀਵੇ ਤੇ ਫਿਰ ਆਈ ਹੈਡ ਟੂ ਰਾਈਟ ਕਿਉਂਕਿ ਉਸ ਵੇਲੇ ਕੋਈ ਇਸ ਵੇਲੇ ਆਈ ਵਿਲ ਕਮ ਔਨ ਟੂ ਦਾ ਬੁੱਕਸ ਲੇਟਰ ਔਨ ਪਰ ਐਨੀਵੇ ਉਹ ਸਾਡੀ ਸਕੀਮ ਕਾਮਯਾਬ ਹੋ ਗਈ ਇਨ ਦਾ ਐਂਡ we had two language policy ਬੱਚੇ ਜਿਹੜਾ ਫਰਜ਼ ਕੀਤਾ ਪੰਜਾਬੀ ਉਹ ਪੰਜਾਬੀ ਔਰ ਫ੍ਰੈਂਚ ਜਾਂ ਸਪੈਨਿਸ਼ ਲੈ ਲੈਂਦਾ ਸੀਗਾ ਜਿਹੜਾ ਗੁਜਰਾਤੀ ਉਹ ਗੁਜਰਾਤੀ ਔਰ ਫ੍ਰੈਂਚ ਜਾਂ ਸਪੈਨਿਸ਼ ਲੈ ਲੈਂਦਾ ਸਾਡੇ ਕੋਲ ਹਰ ਇੱਕ ਕਲਾਸ ਦੇ ਵਿੱਚ ਉਰਦੂ ਦੀਆਂ ਵਿੱਚ ਵੀ ਗੁਜਰਾਤੀ ਦੀਆਂ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਦੋ ਤਿੰਨ ਬੱਚੇ ਦੋ ਤਿੰਨ ਗੋਰੇ ਹੁੰਦੇ ਸੀ ਵਾਓ ਹਾਂ ਇੱਕ ਗੋਰੀ ਕੁੜੀ ਨੇ 5-6 ਸਾਲ ਉਹ ਪੜ੍ਹੀ ਆ ਔਰ ਉਹ ਸ਼ੀ ਗੋਟ ਐਕਚੁਅਲੀ ਗ੍ਰੇਡ B ਇਨ O ਲੈਵਲ ਪੰਜਾਬੀ ਜਦ ਕਿ ਸਾਡੇ ਪੰਜਾਬੀ ਬੱਚਿਆਂ ਦੇ ਫੇਲ ਹੋ ਗਏ ਆ ਤੁਸੀਂ ਦੇਖ ਲਓ ਤੇ ਉਹ ਕਦ ਦੀ ਗੱਲ ਹੈ ਕਿੰਨੇ ਚਿਰ ਦੀ ਇਹ ਇਸ ਅਬਾਊਟ 1986 a Gori studied Punjabi for 5 years and got a B grade at O level and ਅਸੀਂ ਘਰ ਬੈਠੇ ਆ ਆਪਣੇ ਨਿਆਣਿਆਂ ਨੂੰ CD ਵੀ ਨਹੀਂ ਆਉਂਦੇ ਪੰਜਾਬੀ 'ਚ ਅਗਲੇ ਤਾਂ ਅਸੀਂ ਭੇਜਦੇ ਨਹੀਂ ਉੱਧਰ ਕਿ ਪੰਜਾਬੀ ਸਿੱਖੋ ਜਾਂ ਨਹੀਂ ਤੇ ਗੋਰਿਆਂ ਨੇ ਤੁਹਾਡੀ ਲੈਂਗੁਏਜ ਲੈ ਕੇ ਉਹਨਾਂ 'ਚ ਕੁਆਲੀਫਿਕੇਸ਼ਨ ਪ੍ਰਾਪਤ ਕਰ ਲਈ so that in itself and that was in 1986 and we're 20 years on from there and like I said well we're not 20 we're nearly 30 years on from there so that was in them days that's Dr. Nagar और मैं 1989 ਦੇ ਵਿੱਚ ਸਿਡਨੀ ਸਟਿੰਗਰ ਸਕੂਲ ਛੱਡਿਆ ਸੀ ਸੋ ਆਈ ਬਿਕੇਮ ਹੈਡ ਆਫ ਕਮਿਊਨਿਟੀ ਲੈਂਗੁਏਜਸ ਇਨ ਲੰਡਨ ਬਰੋ ਹੰਸਲੋ ਤੇ ਉਸ ਜਦੋਂ ਮੈਂ ਸਕੂਲ ਛੱਡਿਆ ਸੀ ਉਸ ਵੇਲੇ ਸਿਡਨੀ ਸਟਿੰਗਰ ਸਕੂਲ ਦੇ ਵਿੱਚ 205 ਬੱਚੇ ਪੰਜਾਬੀ ਪੜ੍ਹ ਰਹੇ ਸੀ 260 ਬੱਚੇ ਉਰਦੂ ਪੜ੍ਹ ਰਹੇ ਸੀ ਔਰ 70 ਬੱਚੇ ਗੁਜਰਾਤੀ ਪੜ੍ਹ ਰਹੇ ਸੀ ਔਰ ਉਸ ਵੇਲੇ 2 ਫੁੱਲ ਟਾਈਮ ਪੰਜਾਬੀ 2 ਫੁੱਲ ਟਾਈਮ ਉਰਦੂ ਔਰ 1 ਫੁੱਲ ਟਾਈਮ ਗੁਜਰਾਤੀ ਟੀਚਰ ਜਿਨ੍ਹਾਂ ਦੀ ਕੀ ਤਨਖਾਹ ਅਗਰ 20,000 ਵੀ ਐਵਰੇਜ ਲਾਓ ਤਾਂ 1 ਲੱਖ ਪਾਉਂਡ ਅਥਾਰਟੀ ਦੇ ਰਹੀ ਸੀ
ਮੈਂ ਫਿਗਰਸ ਵੀ ਦੇਖੇ ਆ, ਤੁਸੀਂ ਮੈਨੂੰ ਦਿਖਾ ਰਹੇ ਸੀਗੇ, ਉਸ ਵੇਲੇ ਸਪੈਨਿਸ਼ ਨਾਲੋਂ ਜ਼ਿਆਦਾ ਪੰਜਾਬੀ ਪੜ੍ਹ ਰਹੇ ਸੀ ਇਨ ਯੂਰ ਸਕੂਲ ਐਂਡ ਐਜ਼ ਅ ਸਬਜੈਕਟ, ਐਂਡ that just goes to show ਕਿ ਪਪੂਲਰ ਕਿੰਨੀ ਸੀ ਉਸ ਵੇਲੇ। ਔਰ ਉਹ ਇਹ ਵੀ ਹੈ ਕਿ ਤੁਹਾਡੇ ਟੀਚਰ ਕਿੰਨਾ ਡੈਡੀਕੇਟਡ ਹੈ, ਟੀਚਰ ਕਿੰਨੀ ਪ੍ਰੈਪਰੇਸ਼ਨ ਨਾਲ ਪੜ੍ਹਾ ਰਿਹਾ, ਟੀਚਰ ਬੱਚਿਆਂ ਨੂੰ ਕਿੱਦਾਂ ਟਰੀਟ ਕਰਦਾ, ਇਟ ਆਲ ਦੀਜ਼ ਫੈਕਟਰਸ। ਫਿਰ ਇਹ ਸੀ ਕਿ ਅਸੀਂ ਉਸ ਟਾਈਮ, ਇਹ ਨਹੀਂ ਵੀ ਮੈਂ ਉਸ ਵੇਲੇ ਕਾਫੀ ਮੁਹਿੰਮ ਸ਼ੁਰੂ ਹੋ ਗਈ ਸੀ, ਇਹ ਨਹੀਂ ਕਿ ਇਕੱਲਾ ਮੈਂ ਹੀ ਪੰਜਾਬੀ ਕੀਤੀ ਆ, ਹਾਂ ਕਾਫੀ ਲਹਿਰ ਬਣ ਗਈ ਸੀ, ਉਹ ਇੱਕ ਮੂਵਮੈਂਟ ਬਣ ਗਈ, ਰਾਈਟ ਮੂਵਮੈਂਟ ਬਣ ਗਈ। ਉਹ ਫਿਰ ਦੇਰ ਵਾਜ਼ ਨੈਸ਼ਨਲ ਕਾਉਂਸਲ ਫॉर ਮਦਰ ਟੰਗ ਟੀਚਿੰਗ, ਜਿਹੜੀ ਜਿਸ ਨੇ ਕਿ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਕਾਨਫਰੰਸਾਂ ਦਾ ਕਰਨੀਆਂ, ਸਾਰਾ ਕੁਝ। ਮੈਂ ਤੁਹਾਨੂੰ ਜਿਹੜੀ 25-30 ਬੰਦਿਆਂ ਦੇ ਨਾਂ ਲੈ ਸਕਦੇ ਜਿਹੜੇ ਡੈਡੀਕੇਟਡ ਸੀ ਅਤੇ ਆਪਣਾ ਖਰਚਾ ਕਰਕੇ ਆਪਣਾ ਕਾਨਫਰੰਸਾਂ ਕਰਦੇ ਸੀ, ਲੈਕਚਰ ਵੀ ਫ੍ਰੀ ਕਰਦੇ ਸੀ। ਮਤਲਬ ਕਾਨਫਰੰਸਾਂ ਦਾ ਫਾਇਦਾ ਇਹ ਸੀਗਾ ਕਿ ਅਥਾਰਟੀਜ਼ 'ਤੇ ਪ੍ਰੈਸ਼ਰ ਸੀਗਾ, ਪੇਰੈਂਟਸ ਨੂੰ ਕਨਵਿੰਸ ਕਰਦੇ ਸੀ ਵੀ ਹੋਣੀਆਂ ਚਾਹੀਦੀਆਂ, ਲੌਬੀ ਗਰੁੱਪ ਬਣ ਗਏ। ਇਸ ਦੇ ਨਾਲ ਇਕੱਲੀ ਪੰਜਾਬੀ ਨਹੀਂ, ਉਸ ਦੇ ਨਾਲ ਫਿਰ ਸਪੈਨਿਸ਼, ਦੂਸਰਾ ਇਟਾਲੀਅਨ, ਟਰਕਿਸ਼, ਉਰਦੂ, ਗੁਜਰਾਤੀ, ਸਾਰੀਆਂ ਆਰਗੇਨਾਈਜੇਸ਼ਨਾਂ ਇਕੱਠੀਆਂ ਹੋ ਗਈਆਂ, ਨੈਸ਼ਨਲ ਕਾਉਂਸਲ ਫॉर ਮਦਰ ਟੰਗ। ਹਾਂਜੀ, ਅਤੇ ਫਿਰ ਆਪਣੇ ਨੈਸ਼ਨਲ ਕਾਉਂਸਲ ਫॉर ਪੰਜਾਬੀ ਟੀਚਿੰਗ ਹੋਈ। ਹਾਂਜੀ, ਅਤੇ ਸਾਡੀ ਕਮਿਊਨਿਟੀ ਦੇ ਵਿੱਚ ਆਈ ਐਕਚੁਅਲੀ ਪਲੇਡ ਏ ਮੇਜਰ ਰੋਲ, ਇੱਕ ਆਰਗੇਨਾਈਜੇਸ਼ਨ ਬਣਾਈ, ਐਫਰੋ ਏਸ਼ੀਅਨ ਟੀਚਰ ਐਸੋਸੀਏਸ਼ਨ, ਰਾਈਟ, ਜਿਸ ਦੇ ਕਮਿਊਨਿਟੀ ਦੇ ਵਿੱਚ ਫ੍ਰੀ ਸਕੂਲ ਖੋਲ੍ਹੇ, ਹਰ ਇੱਕ ਲੈਂਗੁਏਜ ਪੜ੍ਹਾਉਂਦੇ ਸੀਗੇ, ਅਤੇ ਉਰਦੂ ਅਸੀਂ ਪੜ੍ਹਾਉਂਦੇ ਸੀ, ਪੰਜਾਬੀ ਪੜ੍ਹਾਉਂਦੇ ਸੀ, ਗੁਜਰਾਤੀ ਪੜ੍ਹਾਉਂਦੇ ਸੀ, ਬੰਗਾਲੀ ਪੜ੍ਹਾਉਂਦੇ ਸੀ। ਇਹ ਲੈਂਗੁਏਜਿਸ ਅਸੀਂ ਕਈ ਪਹਿਲਾਂ ਤਾਂ ਸਾਨੂੰ ਅਥਾਰਟੀ ਨੇ ਸਕੂਲ 'ਚ ਜਗ੍ਹਾ ਦੇਣੀ ਵੀ ਬੰਦ ਕਰਤੀ ਸੀ, ਅਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਕਰਦੇ ਸੀ। ਲੇਕਿਨ ਫਿਰ ਇੱਕ ਬੰਦਾ ਸਾਡੇ ਵਿੱਚੋਂ ਪੋਲੀਟਿਕਸ ਹਿੱਸਾ ਲੈਣ ਲੱਗ ਗਿਆ। ਜਦ ਉੱਥੇ ਕੰਸਰਵੇਟਿਵ ਗੌਰਮੈਂਟ ਆਈ ਤਾਂ ਕੌਂਸਲ ਆਈ, ਇੱਕ ਬੰਦਾ ਕੰਸਰਵੇਟਿਵ ਦਾ ਮੈਂਬਰ ਬਣ ਗਿਆ, ਅਤੇ ਉਹ ਕਹਿੰਦਾ ਵੀ ਸਾਡੇ ਇੱਦਾਂ ਹੋਣਾ ਚਾਹੀਦਾ, ਵੀ ਸਾਨੂੰ ਫ੍ਰੀ ਸਕੂਲ ਮਿਲਣ ਲੱਗ ਗਿਆ। ਐਨੀਵੇ, ਅਤੇ ਫਿਰ ਉਹ ਐਫਰੋ ਏਸ਼ੀਅਨ ਟੀਚਰਸ ਐਸੋਸੀਏਸ਼ਨ ਨੇ ਕਾਫੀ ਮਦਰ ਟੰਗ ਟੀਚਿੰਗ ਕੀਤਾ। ਫਿਰ ਇੱਕ ਮਿਡਲੈਂਡ ਦੇ ਵਿੱਚ ਆਰਗੇਨਾਈਜੇਸ਼ਨ ਬਣੀ ਸੀ ਉਸ ਵੇਲੇ 1980s ਦੇ ਵਿੱਚ, ਜਿਸ ਦਾ ਨਾਂ ਸੀ ਫੈਡਰੇਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨ। ਉਸ ਦੇ ਵਿੱਚ ਮਿਡਲੈਂਡ ਦੀ ਸੀ ਮੋਸਟਲੀ, ਅਤੇ ਉਸ ਦੇ ਵਿੱਚ ਮਿਡਲੈਂਡ ਦੇ ਕਾਫੀ ਗੁਰਦੁਆਰੇ, ਕਾਫੀ ਮੰਦਰ, ਅਤੇ ਇੰਡੀਅਨ ਆਰਗੇਨਾਈਜੇਸ਼ਨ, ਅਤੇ ਆਪਣੀ ਪੋਲੀਟੀਕਲ ਆਰਗੇਨਾਈਜੇਸ਼ਨ ਵੀ ਮੈਂਬਰ ਹੋ ਗਈਆਂ। ਅਤੇ ਉਹਨਾਂ ਨੇ ਫਿਰ ਕਾਨਫਰੰਸਾਂ ਕਰਨੀਆਂ ਸ਼ੁਰੂ ਕੀਤੀਆਂ, ਅਤੇ ਉਹਨਾਂ ਨੇ ਮੈਨੂੰ ਐਜ਼ ਐਜੂਕੇਸ਼ਨ ਸੈਕਟਰੀ ਅਪੋਇੰਟ ਕੀਤਾ ਸੀ, ਅਤੇ ਜਿਹਦਾ ਪਰਪਸ ਸੀਗਾ ਕਿ ਜਿਹੜੀਆਂ ਮਤਲਬ ਐਜੂਕੇਸ਼ਨ ਦੇ ਵਿੱਚ ਕਾਨਫਰੰਸਾਂ ਕਰਨੀਆਂ, ਐਜੂਕੇਸ਼ਨ ਮੀਟਿੰਗਾਂ ਕਰਨੀਆਂ, ਉਹ ਮੇਰੀ ਜ਼ਿੰਮੇਵਾਰੀ ਲਾਈ। ਲੇਕਿਨ ਉਹ ਸਾਰੇ ਮੈਂਬਰ ਜਿਹੜੇ ਐਗਜ਼ੈਕਟਿਵ ਦੇ ਬੜੇ ਐਜੂਕੇਟਡ ਸੀਗੇ ਔਰ ਬੜੇ ਸਿੰਪੈਥੈਟਿਕ ਸੀ। ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਬਰਮਿੰਘਮ ਦੇ ਵਿੱਚ ਨਵੰਬਰ 1981 ਦੇ ਵਿੱਚ ਕਾਨਫਰੰਸ ਹੋਈ ਸੀ, ਅਤੇ ਜਿਸ ਦੇ ਵਿੱਚ ਬਰਮਿੰਘਮ ਦਾ ਡਾਇਰੈਕਟਰ ਆਫ ਐਜੂਕੇਸ਼ਨ ਚੇਅਰ ਸੀਗਾ ਇੱਕ ਸੈਸ਼ਨ ਦਾ, ਔਰ ਉਸ ਦੇ ਵਿੱਚ ਡਾਕਟਰ ਮਹਿੰਦਰਾ ਵਰਮਾ ਯਾਰਕ ਯੂਨੀਵਰਸਿਟੀ ਦੇ, ਜਿਨ੍ਹਾਂ ਨੇ ਇੰਪੋਰਟੈਂਸ ਆਫ ਮਦਰ ਟੰਗ ਟੀਚਿੰਗ ਟੂ ਏਸ਼ੀਅਨ ਚਿਲਡਰਨ ਬਾਰੇ ਲੈਕਚਰ ਕੀਤਾ ਸੀ। ਅਤੇ ਦੂਸਰੇ ਸੈਸ਼ਨ ਦੇ ਵਿੱਚ ਡਾਕਟਰ ਭਿੱਖੂ ਪਾਰਕ, ਅੱਜ ਕੱਲ੍ਹ ਤਾਂ ਲਾਰਡ ਪਾਰਕ ਹੈ, ਲਾਰਡ ਪਾਰਕ, ਉਹਨਾਂ ਨੇ ਏਸ਼ੀਅਨ ਬੱਚਿਆਂ ਦੀਆਂ ਸਮੱਸਿਆਵਾਂ ਬਾਰੇ ਲੈਕਚਰ ਕੀਤਾ ਸੀ। ਤਾਂ ਉਸ ਸੈਸ਼ਨ ਨੂੰ ਜਿਹੜੇ ਵਾਲਸਲ ਸਾਊਥ ਦਾ MP ਮਿਸਟਰ ਜਾਰਜ ਬਰੂਸ ਨੇ ਚੇਅਰ ਕੀਤਾ ਸੀ। ਤੁਸੀਂ ਦੇਖੋ ਇੰਨੀ ਹਾਈ ਲੈਵਲ 'ਤੇ ਇਹ ਲੌਬਿੰਗ ਹੋਈ ਸੀ ਕਾਫੀ। ਅੱਛਾ, ਅਤੇ ਉਸ ਵੇਲੇ ਕਾਫੀ ਅੱਛਾ, ਇਸ ਲੌਬੀ ਨੂੰ ਦੇਖ ਕੇ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਐਂਡ ਸਾਇੰਸ ਨੂੰ ਵੀ ਥੋੜ੍ਹਾ ਜਿਹਾ ਹੋਇਆ ਕਿ ਅਸੀਂ ਵੀ ਸਾਨੂੰ ਕੁਛ ਕਰਨਾ ਚਾਹੀਦਾ। ਅਤੇ ਡਿਪਾਰਟਮੈਂਟ ਆਫ ਐਜੂਕੇਸ਼ਨ ਸਾਇੰਸ ਨੇ ਔਰ ਸੈਕੰਡਰੀ ਐਗਜ਼ਾਮੀਨੇਸ਼ਨ ਕੌਂਸਲ ਔਰ ਹਰ ਮੈਜੈਸਟੀਜ਼ ਇੰਸਪੈਕਟੋਰੇਟ, ਤਿੰਨਾਂ ਨੇ ਰਲ ਕੇ ਇੱਕ ਕਾਨਫਰੰਸ ਕੀਤੀ ਕਾਮਨਵੈਲਥ ਇੰਸਟੀਚਿਊਟ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਸਾਰੇ ਇੰਗਲੈਂਡ ਦੇ ਇੰਸਪੈਕਟਰਸ ਆਫ ਸਕੂਲ ਜਿਹੜੇ ਫॉर ਮਾਡਰਨ ਫॉरेन ਲੈਂਗੁਏਜਿਸ, ਜਿਹੜੇ ਰਿਸਪੋਂਸਿਬਲ ਫॉर ਕੋਆਰਡੀਨੇਟਰਸ ਆਫ ਕਮਿਊਨਿਟੀ ਲੈਂਗੁਏਜਿਸ,
ਔਰ ਜਿਹੜੇ ਵੀ ਰਿਸਪੌਂਸੀਬਲ ਬੰਦੇ ਰਿਲੇਟਡ ਟੂ ਕਮਿਊਨਿਟੀ ਲੈਂਗੁਏਜ ਦੇ ਔਰ ਐਗਜ਼ਾਮ ਬੋਰਡ ਦੇ ਰਿਪਰੈਜ਼ੈਂਟੇਟਿਵ ਜਿੱਥੇ ਜਿਹੜੇ ਕਮਿਊਨਿਟੀ ਲੈਂਗੁਏਜ ਦੇ ਐਗਜ਼ਾਮ ਦੇ ਰਿਸਪੌਂਸੀਬਲ ਸੀ, ਉਹਨਾਂ ਦੀ ਜੁਆਇੰਟ ਕਾਨਫਰੰਸ 2 ਡੇਜ਼ ਰੈਜ਼ੀਡੈਂਸ਼ੀਅਲ ਕਾਨਫਰੰਸ, ਖਰਚਾ ਵੀ ਗੌਰਮੈਂਟ ਨੇ ਕੀਤਾ ਸੀ। ਤੇ ਫੋਰਚੂਨੇਟਲੀ ਆਈ ਵਾਜ਼ ਇਨਵਾਈਟਡ ਟੂ ਦੈਟ ਕਾਨਫਰੰਸ ਵਿਦ ਮਾਈ ਹੈਡ ਆਫ ਦੀ ਡਿਪਾਰਟਮੈਂਟ। our school was invited actually as a school in practice ਦੇ ਵਿੱਚ ਜਿਹੜੀ ਕਮਿਊਨਿਟੀ ਲੈਂਗੁਏਜ ਟੀਚਿੰਗ ਕਿਸ ਤਰ੍ਹਾਂ ਚੱਲ ਰਹੀ ਹੈ, ਕਿਉਂਕਿ ਉਸ ਕਾਨਫਰੰਸ ਤੋਂ 2-3 ਮਹੀਨੇ ਪਹਿਲਾਂ HMI ਸਾਡੇ ਸਕੂਲ ਦੇ ਵਿੱਚ ਆਏ ਔਰ ਦੇਖਿਆ ਇਨ ਪ੍ਰੈਕਟਿਸ ਕਿੱਦਾਂ ਚੱਲ ਰਹੀ ਹੈ। ਤੇ ਦੇ ਵੈਂਟ ਟੂ ਉਰਦੂ ਲੈਸਨਸ, ਗੁਜਰਾਤੀ ਲੈਸਨਸ, ਪੰਜਾਬੀ ਲੈਸਨ, ਸਾਰਾ ਕੁਝ ਦੇਖਿਆ। ਕਾਫੀ ਇੰਪ੍ਰੈਸ ਹੋਇਆ। ਦੇ ਵਰ ਵੈਰੀ ਇੰਪ੍ਰੈਸਡ। ਦੇ ਚੈੱਕਡ ਆਲ ਮਾਈ ਲੈਸਨ। ਮੇਰੀ ਉਹ ਸਮ ਕੇ PhD ਦੀ ਵੀ, MEd ਦੀ ਵੀ ਡਿਗਰੀਜ਼ ਵੀ ਦੇਖੀਆਂ, ਮੇਰੀ ਲੈਸਨ ਵੀ ਬਹੁਤ ਓਬਜ਼ਰਵ ਕੀਤੇ। ਐਕਚੁਅਲੀ that went into my favor। ਐਕਚੁਅਲੀ ਉਹ HMI ਨੇ ਮੇਰਾ ਨਾਮ ਰਿਕਮੈਂਡ ਕੀਤਾ ਸੀ, ਜਿਹੜਾ ਨੈਸ਼ਨਲ ਕਰਿਕੂਲਮ ਵਰਕਿੰਗ ਗਰੁੱਪ ਬਣਿਆ ਸੀ। 1988 ਦੇ ਵਿੱਚ ਮੇਜਰ ਐਜੂਕੇਸ਼ਨ ਚੇਂਜ ਆਈ ਸੀ ਇਸ ਦੇਸ਼ ਦੇ ਵਿੱਚ, ਜਿੱਥੇ ਜਿਹੜੇ ਪੁਰਾਣੇ CSE O ਲੈਵਲ ਖਤਮ ਕਰਕੇ ਉਹਨਾਂ ਨੇ GCSE ਲੈ ਕੇ ਆਏ ਸੀ, ਜਨਰਲ ਸਰਟੀਫਿਕੇਟ ਆਫ ਐਜੂਕੇਸ਼ਨ। ਔਰ ਉਸ ਕਮੇਟੀ ਦੇ ਵਿੱਚ ਮਾਡਰਨ ਫੋਰਨ ਲੈਂਗੁਏਜ ਦਾ ਸਿਲੇਬਸ ਅਟੇਨਮੈਂਟ ਟਾਰਗੇਟਸ ਔਰ ਪ੍ਰੋਗਰਾਮਸ ਆਫ ਸਟੱਡੀ ਬਣਾਉਣ ਲਈ ਉਸ ਕਮੇਟੀ ਦੇ ਵਿੱਚ ਮੈਨੂੰ ਵੀ ਮੇਰਾ ਨਾਮ ਵੀ ਰਿਕਮੈਂਡ ਕੀਤਾ ਸੀ। ਨਾਗਰਾ ਸਾਹਿਬ, ਹੋਰ ਵੀ ਅਸੀਂ ਗੱਲਾਂ ਕਰਾਂਗੇ, ਖਾਸ ਤੌਰ ਤੇ ਬੁੱਕਾਂ ਬਾਰੇ ਤੁਹਾਡੇ ਤੇ ਅੱਗੇ ਕੀ ਹੋਣਾ ਚਾਹੀਦਾ, ਪਰ ਉਹ ਸਭ ਗੱਲਾਂ। ਹਾਂਜੀ ਸਾਰਿਆਂ ਨੂੰ ਵੈਲਕਮ ਟੂ ਸ਼ੋ। ਗੱਲਬਾਤ ਸਾਡੀ ਹੋ ਰਹੀ ਡਾਕਟਰ ਨਾਗਰਾ ਜੀ ਨਾਲ, ਜਿਨ੍ਹਾਂ ਨੇ ਤੁਹਾਨੂੰ ਦੱਸ ਰਹੇ ਕਿ A ਲੈਵਲ ਪੰਜਾਬੀ ਇਹਨਾਂ ਨੇ ਕਿਸ ਤਰ੍ਹਾਂ ਸੰਘਰਸ਼ ਕਰਕੇ ਲੈ ਕੇ ਆਏ। ਨਾਗਰਾ ਜੀ, ਜਿਹੜੇ ਤੁਸੀਂ ਬੁੱਕਾਂ ਲਿਖੀਆਂ ਬਹੁਤ ਮਸ਼ਹੂਰ ਹੋਈਆਂ, ਆਹ ਦੇਖੋ ਜੀ, ਪੰਜਾਬੀ ਮੇਡ ਈਜ਼ੀ 1 2 3, ਯੂ ਮਾਈਟ ਰਿਮੈਂਬਰ ਥੀਸ, ਦੇ ਚੇਂਜਡ, ਦੇ ਯੂਜ਼ਡ ਟੂ ਬੀ orange and blue, ਬਟ ਹੁਣ ਇਹ ਥੋੜ੍ਹੇ ਅਪਗ੍ਰੇਡ ਹੋ ਗਏ ਮੇਰਾ ਖਿਆਲ ਰੰਗ 'ਚ। ਅਤੇ ਇਹ ਤੁਸੀਂ ਸਾਰੀਆਂ ਲਿਖੀਆਂ, ਇਹ ਬਹੁਤ ਮੈਨੂੰ ਚੇਤਾ, ਜਦੋਂ ਮੈਂ GCSE ਕੀਤਾ ਸੀ, ਮੈਨੂੰ ਵਿਰਦੀ ਬ੍ਰਦਰ ਆਉਣਾ ਪਿਆ ਸੀ ਸਾਊਥ ਹਾਲ ਵਿੱਚ, ਆਲ ਦ ਵੇ ਰੇਨਮ ਤੋਂ, ਸਿਰਫ ਇਹ ਬੁੱਕਾਂ ਲੈਣ ਲਈ ਤੁਹਾਡੀਆਂ। ਅਤੇ GCSE ਪੰਜਾਬੀ ਰਾਈਟਿੰਗ ਗਾਈਡ, ਜਿੰਨੀਆਂ ਵੀ ਤੁਹਾਡੀ ਬੁੱਕ A ਲੈਵਲ ਪੰਜਾਬੀ, GCSE ਸਪੀਕਿੰਗ ਗਾਈਡ, ਇਹ ਸਾਰੀਆਂ ਤੁਸੀਂ ਲਿਖੀਆਂ। ਇਹ ਬੁੱਕਾਂ ਦਾ ਤੁਹਾਡਾ ਆਈਡੀਆ ਕਿੱਦਾਂ ਹੈ ਕਿ ਮੈਂ ਬੁੱਕਾਂ ਲਿਖਾਂ? ਦੇਖੋ ਭੰਗਲ ਸਾਹਿਬ, ਮੈਂ ਪੜ੍ਹਾਉਣਾ ਸ਼ੁਰੂ ਕੀਤਾ, ਉਸ ਵੇਲੇ ਕਿਤਾਬਾਂ ਇੱਥੇ ਹੈ ਨਹੀਂ ਸੀ। ਰਾਈਟ। ਹੈਗੀਆਂ ਸੀਆਂ, ਲੇਕਿਨ ਉਹ ਇੰਡੀਆ ਦੇ ਮਾਹੌਲ ਦੇ ਹਿਸਾਬ ਨਾਲ ਸੀਗੀਆਂ। ਲੇਕਿਨ ਇੱਥੇ ਜਿਹੜੇ ਬੱਚੇ ਪਹਿਲਾਂ ਆਉਂਦੇ ਸੀ, ਉਹ ਇੰਡੀਆ ਤੋਂ ਪੰਜਾਬੀ ਪੜ੍ਹ ਕੇ ਆਉਂਦੇ ਸੀ, ਉਹ ਅੰਡਰਸਟੈਂਡ ਕਰਦੇ ਸੀ। ਇਹ ਜਿਹੜੀਆਂ ਕਿਤਾਬਾਂ ਅਸੀਂ ਇੰਡੀਆ ਤੋਂ ਯੂਜ਼ ਕਰਦੇ ਸੀ, ਹੌਲੀ ਹੌਲੀ ਜਿਹੜੇ ਬੱਚੇ ਇੱਥੇ ਪੈਦਾ ਹੋਏ, ਉਹਨਾਂ ਦੀ ਜਿਹੜੀ ਵੋਕੈਬਲਰੀ ਹੈ ਬਹੁਤ ਵੀਕ ਸੀ, ਅਤੇ ਫਿਰ ਬੱਚੇ ਕਿਤਾਬਾਂ ਉਹ ਸਮਝਦੇ ਨਹੀਂ ਸੀ। ਰਾਈਟ। ਅਤੇ ਫਿਰ ਮੈਂ ਸੋਚਿਆ ਵੀ ਨਾਲੇ ਫਿਰ ਬੱਚਿਆਂ ਦਾ ਇੰਟਰਸਟ ਘੱਟ ਜਾਂਦਾ ਸੀ, ਜੇ ਸਮਝ ਨਹੀਂ ਆਉਂਦੀ ਤਾਂ ਫਿਰ ਇਹ ਜਿਹੜੀ ਬੁੱਕਸ ਸੀਆਂ, ਅਤੇ ਮੈਂ ਕੋਈ ਬਿਜ਼ਨਸ ਦੇ ਹਿਸਾਬ ਨਾਲ ਕਿਤਾਬਾਂ ਨਹੀਂ ਲਿਖੀਆਂ, ਇਹ ਮੇਰੀਆਂ ਵਰਕਸ਼ੀਟ ਸੀਆਂ ਜਿਹੜੀਆਂ ਤੁਸੀਂ ਫਰਜ਼ ਕੀਤਾ। ਤੁਹਾਡੇ ਨੋਟਸ ਸੀਗੇ ਜਿਹੜੇ ਤੁਸੀਂ? ਪੰਜਾਬੀ ਮੇਡ ਈਜ਼ੀ ਬੁੱਕ 1 ਦੇਖੋ। ਹਾਂਜੀ। ਇਹ ਐਕਚੁਅਲੀ ਉਸ ਟਾਈਮ 'ਤੇ ਮੇਰੇ ਕਲਾਸ ਦੇ ਵਿੱਚ 3 ਬੱਚੇ ਅੰਗਰੇਜ਼ ਸੀਗੇ। ਅੰਗਰੇਜ਼ 3 ਬੱਚੇ ਸੀ। ਆਹ ਜਿਹੜੀਆਂ ਪਿਕਚਰਾਂ ਬਣਾਈਆਂ, ਇਹ ਉਹਨਾਂ ਨੇ 3 ਬੱਚਿਆਂ ਨੇ ਆਹ ਪੈਰਾ ਪੜ੍ਹ ਕੇ ਦੇਖਿਆ। ਹਾਂ, also great photo, Dominic, Cornelius, students of Punjabi at Sydney Stringer School for illustrating the book. Wow. ਇਹ ਜਿਹੜੀ ਬੁੱਕ ਆ, ਇਹ ਫੋਟੋ ਉਹਨਾਂ ਨੇ ਬਣਾਈ ਜੇ ਪੰਜਾਬੀ ਮੇਡ ਈਜ਼ੀ, ਬਾਅਦ ਦੇ ਵਿੱਚ ਥੋੜ੍ਹੀਆਂ ਇੰਪਰੂਵ ਕੀਤੀਆਂ ਫੋਟੋਆਂ। ਇਹ ਜਿਹੜੀ ਕਿਤਾਬ ਮੈਂ ਲਿਖੀ ਸੀ, ਇਹ ਉਹ ਗੋਰੇ ਬੱਚਿਆਂ ਲਈ ਲਿਖੀ ਸੀ, ਉਹਨਾਂ ਲਈ ਇਹ ਲੈਸਨ ਸੀ। ਅਤੇ ਕਿਉਂਕਿ ਉਹਨਾਂ ਨੂੰ ਪੜ੍ਹਾਉਣਾ ਥੋੜ੍ਹਾ ਜਿਹਾ ਡਿਫਰੈਂਟ ਸੀ, ਅਤੇ ਕਿਉਂਕਿ ਨਾਲ ਦੀ ਨਾਲ ਮੈਂ ਇੰਗਲਿਸ਼ ਵੀ ਲਿਖੀ ਸੀਗੀ, ਅਤੇ ਉਹ ਬੱਚੇ ਸਮਝ ਲੈਂਦੇ ਸੀ। ਅਤੇ ਹੌਲੀ ਹੌਲੀ ਜਿਹੜੇ ਆਪਣੇ ਬੱਚੇ ਆ, ਉਹ ਵੀ ਅੰਗਰੇਜ਼ਾਂ ਵਾਲੇ ਸਿਸਟਮ 'ਚ ਆ ਗਏ, ਕਿਉਂਕਿ ਉਹਨਾਂ ਦੀ ਵੋਕੈਬਲਰੀ ਬਹੁਤ ਘੱਟ ਸੀ, ਅਤੇ ਇੱਥੇ ਦੀਆਂ ਕਿਤਾਬਾਂ ਬਿਲਕੁਲ ਯੂਜ਼ਫੁਲ ਨਹੀਂ ਸੀਆਂ। ਅਤੇ ਫਿਰ ਜਿਹੜੀਆਂ ਇਹ ਮੈਂ ਇਹ ਤੁਸੀਂ ਕਿਤਾਬਾਂ ਆਪਣੇ ਖਰਚੇ 'ਤੇ ਲਿਖੀਆਂ ਸੀ ਜਾਂ ਪਬਲਿਸ਼ ਕੀਤੀਆਂ, ਜਾਂ ਤੁਹਾਨੂੰ ਕੋਈ ਗ੍ਰਾਂਟ ਮਿਲਿਆ ਜਾਂ ਕੀ? ਭੰਗਲ ਸਾਹਿਬ, ਅਸੀਂ ਕਿਸੇ ਨੇ ਕੋਈ ਗ੍ਰਾਂਟ ਨਹੀਂ ਦਿੱਤੀ। ਤੁਹਾਨੂੰ ਗੁਰੂ ਘਰਾਂ ਨੇ ਨਹੀਂ ਮਦਦ ਦਿੱਤੀ ਕਿ ਆ ਲਓ ਜੀ ਨਾਗਰਾ ਸਾਹਿਬ, ਤੁਸੀਂ ਬਹੁਤ ਪੰਜਾਬੀ ਸਿਖਾ ਰਹੇ, ਆ ਫੜੋ 1000 2000 ਪਾਉਂਡ? ਜਦੋਂ ਅਸੀਂ ਪਹਿਲਾਂ ਸ਼ੁਰੂ ਕੀਤਾ,
ਸਾਨੂੰ ਇੱਕ ਗੁਰਦੁਆਰੇ ਨੇ, ਰਾਮਗੜੀਆ ਗੁਰਦੁਆਰਾ ਕਵੈਂਟਰੀ ਨੇ, ਹਾਂਜੀ ਕੁਝ ਕਿਤਾਬਾਂ ਵੀ ਡੋਨੇਟ ਕੀਤੀਆਂ ਤੇ ਪਹਿਲਾਂ ਇੱਕ ਸਾਲ ਦੇ ਵਿੱਚ, ਤੇ ਕੁਝ ਪੈਸੇ ਵੀ ਦਿੱਤੇ ਸੀ ਪਹਿਲਾਂ ਇੱਕ ਸਾਲ 'ਚ। ਤੇ ਉਸ ਤੋਂ ਬਾਅਦ ਫਿਰ ਜਿੱਦਾਂ ਉਹ ਕਿਤਾਬਾਂ ਜਿਹੜੀਆਂ ਕੋਈ ਯੂਜ਼ਫੁਲ ਨਹੀਂ ਸੀਆਂ, ਤਾਂ ਫਿਰ ਇਹ ਮੈਂ ਕਿਤਾਬਾਂ ਸਭ ਤੋਂ ਪਹਿਲਾਂ ਮੈਂ ਕਿਉਂਕਿ ਅਸੀਂ O ਲੈਵਲ ਜਿੱਦਾਂ ਆਹ ਤਾਂ GCSE ਤਾਂ ਬਾਅਦ 'ਚ ਸ਼ੁਰੂ ਕੀਤੇ, ਬਿਗਨਰਸ ਤਾਂ ਪਹਿਲਾਂ ਬਾਅਦ 'ਚ ਸ਼ੁਰੂ ਕੀਤੀ, ਪਹਿਲਾਂ O ਲੈਵਲ ਹੁੰਦਾ ਸੀ। ਪਹਿਲਾਂ ਮੈਂ O ਲੈਵਲ ਦੀ ਕਿਤਾਬ ਲਿਖੀ ਸੀ, ਸਿਰਫ ਹੱਥ ਨਾਲ ਲਿਖੀ ਹੋਈ ਸੀ। O ਲੈਵਲ ਪੰਜਾਬੀ ਮੇਰੀ ਵੈਸੇ ਕਾਰ ਦੇ ਵਿੱਚ ਪਈ ਆ, ਤੇ ਉਹ O ਲੈਵਲ ਪੰਜਾਬੀ ਹੱਥ ਨਾਲ ਲਿਖ ਕੇ, ਉਹ ਬਾਂਡਾ ਮਸ਼ੀਨ ਹੁੰਦੀ ਸੀ ਉਸ ਵੇਲੇ, ਕੰਪਿਊਟਰ ਨਹੀਂ ਹੁੰਦੇ ਸੀ, ਉਹ ਬਾਂਡਾ ਮਸ਼ੀਨ ਤੇ ਕੱਢ ਕੇ ਨਾ, ਤੇ ਉਹ ਮੈਂ 300 ਕਾਪੀ ਸਕੂਲ ਵੱਲੋਂ ਬਣਾਈ ਸੀ। ਫਿਰ ਕੁਝ ਅਸੀਂ 50-60 ਕਾਪੀਆਂ ਰੱਖ ਕੇ ਫਿਰ ਵਿਰਦੀ ਬ੍ਰਦਰ ਦੇ ਰੱਖੀਆਂ, ਉਹ ਸਾਰੀਆਂ ਹੀ, ਕਿਉਂਕਿ ਟੀਚਰ ਕੋਈ ਹੈ ਹੀ ਨਹੀਂ ਸੀ। ਉਹ ਫਿਰ ਰੀਡਿੰਗ ਮਟੀਰੀਅਲ ਸੀਗਾ ਹੀ ਨਹੀਂ। ਉਸ ਤੋਂ ਬਾਅਦ ਫਿਰ ਮੈਨੂੰ ਥੋੜ੍ਹੀ ਜਿਹੀ ਇਨਕਰੇਜਮੈਂਟ ਹੋਈ, ਤੇ ਫਿਰ ਮੈਂ ਉਸ ਨੂੰ ਕਿਤਾਬ ਨੂੰ ਹੋਰ ਥੋੜ੍ਹਾ ਜਿਹਾ ਅਪਗ੍ਰੇਡ ਕਰਕੇ ਆਪਣੀ ਮੈਂ ਉਹ O ਲੈਵਲ ਪੰਜਾਬੀ ਦੀ ਕਿਤਾਬ ਲਿਖੀ। 1981 ਦੇ ਵਿੱਚ ਮੇਰੀ ਉਹ ਪਹਿਲੀ ਕਿਤਾਬ ਸੀ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਹੁਣ ਤੁਸੀਂ ਕਹਿ ਰਹੇ ਆ ਕਿ ਲਗਭਗ 1000 ਕੁ ਬੱਚਾ, 1000 ਤੋਂ ਘੱਟ GCSE ਕਰਦਾ ਐਵਰੀ ਈਅਰ ਪੰਜਾਬੀ, ਐਂਡ 250-300 ਕਰ ਰਹੇ ਆ A ਲੈਵਲ ਦੇ ਵਿੱਚ। ਇੰਨਾ ਵਾਧਾ ਕਿਉਂ ਨਹੀਂ ਹੋਇਆ ਇਹਦੇ ਵਿੱਚ? ਕਿ ਉਸ ਵੇਲੇ ਤੁਹਾਡੇ ਕੋਲ 205 ਪਿਊਪਲ ਸੀਗੇ 1988 'ਚ। ਦੇਖੋ ਉਸ ਵੇਲੇ ਇੱਕ ਮੁਹਿੰਮ ਚੱਲੀ ਸੀ, ਹਾਂਜੀ, ਜਿਸ ਦੇ ਵਿੱਚ ਬਹੁਤ ਡੈਡੀਕੇਟਡ ਬੰਦੇ ਸੀ। ਕੋਈ ਉਹਨਾਂ ਨੂੰ ਪੈਸੇ ਨਾਲ ਲਾਲਚ ਨਹੀਂ ਸੀਗਾ, ਕੋਈ ਰਿਸਪੈਕਟ ਨਹੀਂ ਸੀ ਵੀ ਮੈਨੂੰ ਤਗਮਾ ਮਿਲੇ, ਤੇ ਉਹ ਬੰਦੇ ਡੈਡੀਕੇਟਡ ਟੀਚਰ ਸੀ, ਹਾਰਡ ਵਰਕਿੰਗ ਸੀਗੇ। ਉਹਨਾਂ ਨੇ ਬਹੁਤ ਘਾਲਣਾ ਘਾਲੀ, ਤੇ ਜਿੱਦਾਂ ਕਾਨਫਰੰਸਾਂ ਕਰਦੇ ਸੀ ਦੂਰ ਕਰਕੇ। ਲੇਕਿਨ ਉਸ ਤੋਂ ਬਾਅਦ ਉਸ ਵੇਲੇ ਉਹ ਸਕੂਲਾਂ ਵਿੱਚ ਚੱਲੀ ਪ੍ਰੈਸ਼ਰ ਦੇ ਨਾਲ। ਹੌਲੀ ਹੌਲੀ ਉਹ ਟੀਚਰਸ ਰਿਟਾਇਰ ਹੁੰਦੇ ਗਏ। ਅਥਾਰਟੀ, ਜਿਹੜਾ ਵੀ ਟੀਚਰ ਰਿਟਾਇਰ ਹੋਇਆ, ਅਥਾਰਟੀ ਵਾਲੇ ਇੰਨੇ ਸੀਗੇ, ਉਹਨਾਂ ਨੂੰ ਰਿਪਲੇਸ ਨਹੀਂ ਕੀਤਾ ਕਿਉਂਕਿ ਪ੍ਰੈਸ਼ਰ ਕਮਿਊਨਿਟੀ ਵੱਲੋਂ ਨਹੀਂ ਸੀ। ਅੱਛਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ। ਮੈਂ ਫਜ਼ਕਿਤਾ ਇੱਥੇ ਲੰਡਨ ਬਰੋ ਹੰਸਲੋ ਹੈੱਡ ਆਫ ਸਰਵਿਸ ਲੱਗਿਆ, ਤੇ ਮੇਰੇ 1-2 ਟੀਚਰ ਛੱਡ ਕੇ ਚਲੇ ਗਏ, ਤੇ ਮੈਂ ਸਟਰਗਲ ਕੀਤੀ ਕਿ ਉਹਨੂੰ ਰਿਪਲੇਸ ਕੀਤਾ ਜਾਵੇ। ਲੇਕਿਨ ਅਸੀਂ ਪਟੀਸ਼ਨ ਕਰਾਈ। ਹਾਲਾਂਕਿ ਮੈਨੂੰ ਜਿਹੜੇ ਮੇਰੇ ਹੈੱਡ ਆਫ ਦੀ ਡਿਪਾਰਟਮੈਂਟ ਨੇ ਮੇਰੀ ਐਕਸਪਲੇਨੇਸ਼ਨ ਵੀ ਕਾਲ ਕੀਤੀ ਵੀ ਤੈਨੂੰ ਤਾਂ ਅਸੀਂ ਇੱਕ ਰੱਖਿਆ ਅਥਾਰਟੀ ਦਾ ਬੰਦਾ, ਤੁਸੀਂ ਪਟੀਸ਼ਨ ਕਰਾ ਰਹੇ ਆ। ਤੇ ਮੈਂ ਕਿਹਾ ਵੀ ਮੇਰਾ ਜਿਹੜਾ ਜੋਬ ਆ ਉਹ ਡਿਵੈਲਪਮੈਂਟ ਆਫ ਮੇਨਟੇਨੈਂਸ ਐਂਡ ਡਿਵੈਲਪਮੈਂਟ ਆਫ ਕਮਿਊਨਿਟੀ ਲੈਂਗੁਏਜਿਸ ਆ। ਜੇ ਮੇਰੇ ਟੀਚਰ ਘੱਟ ਜਾਂਦੇ ਆ ਤਾਂ ਮੇਰੀ ਟੀਚਿੰਗ ਦੇ ਨੰਬਰ ਘੱਟ ਜਾਏਗਾ। ਤੇ ਉਹ ਮੈਂ ਇਕੱਲੇ ਕਾਉਂਸਲਰ ਦੇ ਘਰ ਗਿਆ, ਤੇ ਗੁਰਦੁਆਰੇ ਦੇ ਵਿੱਚ ਪਟੀਸ਼ਨ ਸਭ ਤੋਂ ਮੋਹਰੇ ਮੈਂ ਹੁੰਦਾ ਸੀਗਾ, ਤੇ ਕਾਫੀ ਬੰਦਿਆਂ ਨੇ ਸਾਥ ਵੀ ਦਿੱਤਾ। ਲੇਕਿਨ ਜਿਹੜੇ ਅਥਾਰਟੀ ਦੇ ਵਿੱਚ ਰਿਸਪੌਂਸਿਬਲ ਬੰਦੇ ਆ, ਉਹਨਾਂ ਨੇ ਬਹੁਤਾ ਗੌਰ ਨਹੀਂ ਕੀਤਾ। ਤੇ ਇਸੇ ਤਰ੍ਹਾਂ ਹੌਲੀ ਹੌਲੀ ਇਹ ਜਿਹੜੀ ਮੇਰੀ ਐਗਜ਼ਾਮਪਲ ਹੈਗੀ ਆ, ਇਸੇ ਤਰ੍ਹਾਂ ਬਾਕੀ ਅਥਾਰਟੀ ਦੇ ਵਿੱਚ ਵੀ ਜਦੋਂ ਕੋਈ ਟੀਚਰ ਘਟਿਆ, ਉਹਨਾਂ ਨੇ ਹਟਿਆ ਜਾਂ ਕਿਸੇ ਟ੍ਰਾਂਸਫਰ ਹੋਇਆ ਜਾਂ ਰਿਟਾਇਰ ਹੋਇਆ, ਉਹਦੀ ਰਿਪਲੇਸਮੈਂਟ ਨਹੀਂ ਕੀਤੀ। ਔਰ ਪ੍ਰੈਸ਼ਰ ਕਮਿਊਨਿਟੀ ਵੱਲੋਂ ਬਿਲਕੁਲ ਪਿਆ ਹੀ ਨਹੀਂ ਹੈ। ਮੈਂ ਤਾਂ ਤੁਹਾਨੂੰ ਇਹ ਕਹਿਣਾ ਕਿ ਦੇਖੋ ਜੀ, ਠੀਕ ਹੈ ਜੀ ਕਿ ਤੁਸੀਂ ਜੋ ਕੀਤਾ ਬਹੁਤ ਅੱਛਾ ਕੀਤਾ, ਆਪਣੇ ਪੈਸਿਆਂ ਦੇ ਕੀਤਾ, ਆਪਣੇ ਦਮ ਤੇ ਕੀਤਾ, ਆਪਣੇ ਮਿਹਨਤ ਨਾਲ ਕੀਤਾ, ਪਰ ਇਹ ਜ਼ਿੰਮੇਵਾਰੀ ਐਜ਼ ਅ ਕਮਿਊਨਿਟੀ ਸਾਰਿਆਂ ਦੀ ਹੈ। ਜਿਹੜੇ ਕਮਿਊਨਿਟੀ ਲੀਡਰ ਆਪਣੇ ਨੂੰ ਕਹਾਉਂਦੇ ਆ, ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਕੀ ਕੀਤਾ ਆਪਣੀ ਪੰਜਾਬੀ ਲੈਂਗੁਏਜ। ਕੀ ਕਦੇ ਵੀ ਗੁਰਦੁਆਰਿਆਂ ਨੇ ਰਲ ਕੇ ਕੋਈ ਪੰਜਾਬੀ ਦੀਆਂ ਕਿਤਾਬਾਂ ਬੱਚਿਆਂ ਲਈ ਕੀਤੀਆਂ, ਕੁਛ ਕੀਤੀਆਂ, ਕੋਈ ਨੈਸ਼ਨਲ ਪ੍ਰੋਗਰਾਮ ਕੱਢਿਆ, ਕੋਈ ਪੰਜਾਬੀ ਸਕੂਲ ਕੱਢਿਆ, ਕੋਈ ਇੱਦਾਂ ਦਾ ਤਾਂ ਕੋਈ ਨਹੀਂ। ਬਸ ਆਪਣੇ ਈਵਨ ਕੋਈ ਸਟਰਕਚਰ ਨਹੀਂ ਮੇਰਾ ਖਿਆਲ ਕੁਛ ਕਲਾਸਾਂ ਨੂੰ ਨੈਸ਼ਨਲ ਸਟਰਕਚਰ ਜੋ ਭਾਈ ਪੰਜਾਬੀ ਜਿਸ ਤਰ੍ਹਾਂ ਸਿਖਾਈ ਜਾ ਰਹੀ ਆ, ਤੇ ਉਹਦੇ ਵਿੱਚ ਕੋਈ ਸਟਰਕਚਰ ਹੈ ਨਹੀਂ, ਕਿਸੇ ਦੀ ਲੱਤ ਫੜ ਕੇ ਜਾਂ ਕਿਸੇ ਦੀ ਬਾਂਹ ਫੜ ਕੇ ਕੋਈ ਲੈਵਲ ਦਾ ਸਟਰਕਚਰ ਨਹੀਂ। ਮੈਂ ਤੁਹਾਨੂੰ ਇਹ ਦੱਸਦਾ, ਮੈਨੂੰ ਕਾਫੀ ਗੁਰਦੁਆਰੇ ਦੀ ਕਲਾਸਾਂ ਦੇ ਵਿੱਚ ਵੀ ਮੈਂ ਐਕਚੁਅਲੀ PhD ਕੀਤੀ ਸੀ, ਸਮ ਪ੍ਰੋਬਲਮਸ ਆਫ ਟੀਚਿੰਗ ਪੰਜਾਬੀ ਇਨ ਬ੍ਰਿਟਿਸ਼ ਸਕੂਲਸ। ਉਸ ਦੇ ਵਿੱਚ ਮੈਂ ਗੁਰਦੁਆਰਿਆਂ ਨੂੰ ਵੀ ਇੰਟਰਵਿਊ ਕੀਤਾ ਸੀ ਬਹੁਤ ਸਾਰੇ, ਤੇ ਸਕੂਲਾਂ 'ਚ ਵੀ। ਤੇ ਇਹ ਆ ਕਿ ਕੁਛ ਗੁਰਦੁਆਰੇ ਬਹੁਤ ਅੱਛਾ ਕੰਮ ਕਰ ਰਹੇ ਆ, ਪਰ ਜਿਹੜਾ ਗੁਰਦੁਆਰਿਆਂ ਅਗਰ ਮੇਰੀ ਵੈਸੇ ਸਲਾਹ ਆ ਕਿ ਅਗਰ ਗੁਰਦੁਆਰੇ ਇਕੱਠੇ ਹੋ ਗਏ, ਹੁਣ ਪੰਜਾਬੀ ਜਿਹੜੀ ਹੈ ਫਜ਼ਕਿਤਾ ਗੌਰਮੈਂਟ ਵੱਲੋਂ 1988 ਤੋਂ ਬਾਅਦ ਇੱਕ 19 ਲੈਂਗੁਏਜ ਦੇ ਵਿੱਚ ਇੱਕ ਰੈਕਗਨਾਈਜ਼ਡ ਲੈਂਗੁਏਜ ਹੈ। ਸਕੂਲ ਟਾਈਮ ਦੇ ਵਿੱਚ ਮੈਂ ਸਟਰਗਲ ਕੀਤੀ ਕਿ ਪੰਜਾਬੀ ਸਕੂਲ ਟਾਈਮ 'ਚ ਹੋਵੇ, ਕਿਉਂਕਿ ਜੇ ਸਕੂਲ ਟਾਈਮ 'ਚ ਹੈਗੀ ਹੈ ਤਾਂ ਸਕੂਲ ਦੇ ਬਜਟ ਹੋਏਗਾ, ਟੀਚਰ ਵੀ ਪਰਮਾਨੈਂਟ ਉਹੀ ਫੰਡਿੰਗ ਹੋਏਗੀ। ਟੀਚਰਾਂ ਉਸ ਵੇਲੇ ਜਦੋਂ ਸਾਡੀ ਟਾਈਮ ਦਾ ਸੀਗਾ,
ਕਮਿਊਨਿਟੀ ਹੁਣ ਜਾਣੀ ਮੇਰੀ ਪ੍ਰਮੋਸ਼ਨ ਹੋਈ ਪੰਜਾਬੀ ਕਰਕੇ ਹੋਈ, ਮੈਨੂੰ ਹੈਡ ਆਫ ਦੀ ਡਿਪਾਰਟਮੈਂਟ, ਮੈਨੂੰ ਸਕੇਲ 5 ਤੁਹਾਨੂੰ ਚੀਫ ਐਗਜ਼ਾਮੀਨਰ ਬਣਾਇਆ, ਤੁਸੀਂ ਹੁਣ ਆਫਸਟੇਡ ਇੰਸਪੈਕਟਰ, ਮੈਂ ਆਫਸਟੇਡ ਇਸ ਕਰਕੇ। ਲੇਕਿਨ ਸਾਨੂੰ ਇਹ ਹੋਣਾ ਚਾਹੀਦਾ ਸਾਡੇ ਅਗਰ ਗੁਰਦੁਆਰੇ ਤੁਸੀਂ ਇਹ ਦੇਖੋ ਵੀ ਮੈਂ ਹੁਣ ਫ੍ਰੀ ਟ੍ਰੇਨਿੰਗ ਕਰਦਾ, ਹਾਂਜੀ, ਜੇ ਇੱਕ ਸ਼ਹਿਰ 'ਚ ਕਰਾਂ ਸਾਰੇ ਗੁਰਦੁਆਰੇ ਇਕੱਠੇ ਨਹੀਂ ਹੁੰਦੇ, ਹਾਂਜੀ, ਮਤਲਬ ਟੀਚਰਾਂ ਨੂੰ ਜਦੋਂ ਇੱਕ ਦੂਜੇ ਗੁਰਦੁਆਰੇ ਅਗਰ ਇਕੱਠੇ ਹੋ ਕੇ ਪੰਜਾਬੀ ਲੈਂਗੁਏਜ ਸਾਰਿਆਂ ਦੀ ਹੈ, ਅਥਾਰਟੀ ਵੱਲੋਂ ਰੈਕਗਨਾਈਜ਼ਡ ਹੈ, ਅਥਾਰਟੀ ਉਰਦੂ ਕਰ ਰਹੇ ਆ ਅਥਾਰਟੀ, ਕਿਉਂਕਿ ਉਰਦੂ ਵਾਲੇ ਪ੍ਰੈਸ਼ਰ ਪਾ ਰਹੇ, ਪਰ ਸਾਡੇ ਕਿਉਂਕਿ ਹਰ ਇੱਕ ਗੁਰਦੁਆਰੇ ਦੀ ਆਪਣੀਆਂ ਪੰਜਾਬੀ ਦੀਆਂ ਕਲਾਸਾਂ ਚੱਲ ਰਹੀਆਂ, ਉਹ ਪ੍ਰੈਸ਼ਰ ਨਹੀਂ ਹੈ, ਅਥਾਰਟੀ ਦੇ ਪ੍ਰੈਸ਼ਰ ਨਹੀਂ ਹੈ। ਪਹਿਲਾਂ ਜਿਸ ਟਾਈਮ ਤੇ ਮੈਂ ਕੋਆਰਡੀਨੇਟਰ ਸੀਗਾ, ਉਸ ਟਾਈਮ ਤੇ ਅਥਾਰਟੀ ਵਾਲੇ ਇੱਕ ਗੁਰਦੁਆਰੇ ਨੂੰ 2000 ਦੇਤਾ, ਤੀਸਰੇ ਨੂੰ 3000 ਦੇਤਾ, ਉਹ ਖੁਸ਼ ਹੈ 19000 'ਚ, ਪਰ ਇੱਕ ਟੀਚਰ ਅਪਾਇੰਟ ਕਰਨ ਨੂੰ 25-30 ਲੱਗਦਾ। ਅਥਾਰਟੀ ਵਾਲੇ ਸ਼ੈਤਾਨ ਸੀਗੇ ਕਿ ਅਗਰ ਗੁਰਦੁਆਰੇ ਨੂੰ 2-3 ਸਾਰੇ ਗੁਰਦੁਆਰੇ ਨੂੰ 30,000 ਦੇਤਾ, ਇੱਕ ਸ਼ਹਿਰ ਦੇ ਨੂੰ ਉਹ ਠੀਕ ਹੈ, ਇੱਕ ਟੀਚਰ ਅਪਾਇੰਟ ਕਰਨ ਨੂੰ 25-30 ਲੱਗਦਾ। ਸੋ ਦੇ ਆਰ ਕਲੈਵਰ। ਤੇ ਇਸ ਕਰਕੇ ਸਾਡੀ ਕਮਿਊਨਿਟੀ ਇਹ ਨਹੀਂ ਸਮਝਦੀ ਕਿ ਅਗਰ ਅਸੀਂ ਕੋਲੈਕਟਿਵਲੀ ਅਗਰ ਅਸੀਂ ਚਾਹੁੰਦੇ ਹਾਂ ਅਗਰ ਬੱਚਿਆਂ ਨੂੰ ਅਗਰ ਸਿੱਖੀਜ਼ਮ ਔਰ ਪੰਜਾਬੀ ਲੈਂਗੁਏਜ ਦਾ ਕਨੈਕਸ਼ਨ ਆ, ਰਾਈਟ, ਤੇ ਅਸੀਂ ਆਪਣਾ ਧਰਮ ਆਪਣੀ ਲੈਂਗੁਏਜ ਤਾਂ ਹੀ ਰੱਖ ਸਕਦੇ ਹਾਂ ਜੇ ਅਸੀਂ ਕੋਲੈਕਟਿਵਲੀ ਇਕੱਠੇ ਕਰੀਏ। ਮੈਂ ਇਹ ਨਹੀਂ ਕਹਿੰਦਾ ਵੀ ਗੁਰਦੁਆਰੇ 'ਚ ਹੋਣੀ ਨਹੀਂ ਚਾਹੀਦੀ, ਕੁਝ ਗੁਰਦੁਆਰੇ ਦੇ ਵਿੱਚ ਬਹੁਤ ਅੱਛਾ ਅਰੇਂਜਮੈਂਟ ਹੈ, ਬੜਾ ਸਟਾਫ, ਪਰ ਯੂਨੀਫਾਰਮ ਚਾਹੀਦਾ, ਕਈਆਂ 'ਚ ਤਾਂ ਮਤਲਬ ਜਿਹੜੇ ਟੀਚਰਸ ਆ ਉਹਨਾਂ ਦੇ ਰਿਸ਼ਤੇਦਾਰ ਹੈ, ਜੋ ਹੋਰ ਹੈ, ਨਾ ਕੋਈ ਕੁਆਲੀਫਿਕੇਸ਼ਨ ਹੈ, ਨਾ ਕੋਈ ਟ੍ਰੇਨਿੰਗ ਹੈ, ਨਾ ਕਿਸੇ ਨੂੰ ਪਤਾ ਵੀ ਐਗਜ਼ਾਮੀਨੇਸ਼ਨ ਕੰਟਰੋਲ ਹੋਣਾ ਕਿੱਦਾਂ, ਨਾ ਪੜ੍ਹਾਈ ਦੇ ਮੈਥੋਡੋਲੋਜੀ 'ਚ ਟੀਚਰ, ਉਹ ਜਿਹੜੇ ਮਤਲਬ ਇਸੇ ਕਰਕੇ ਬੱਚਿਆਂ ਦੀ ਗਿਣਤੀ ਘਟੀ ਜਾਂਦੀ ਹੈ। ਔਰ ਮੈਨੂੰ ਇਹ ਡਰ ਹੈਗਾ ਕਿ ਕੁਝ ਸਾਲਾਂ ਦੇ ਵਿੱਚ ਇੱਦਾਂ ਨਾ ਹੋਵੇ ਕਿ ਬੰਦ ਹੀ ਨਾ ਹੋ ਜਾਵੇ। ਤੁਸੀਂ ਨਾਗਰਾ ਸਾਹਿਬ ਇੱਕ ਮੈਸੇਜ ਦਿਓ ਸਾਡੇ ਜੋ ਬੱਚੇ ਆ ਉੱਥੇ ਦੇਖ ਰਹੇ ਆ ਤੇ ਪੇਰੈਂਟਸ ਆ ਕਿ ਪੰਜਾਬੀ ਲੈਂਗੁਏਜ ਕਿੰਨੀ ਇੰਪੋਰਟੈਂਟ ਹੈ ਤੇ ਕੀ ਜ਼ਰੂਰੀ ਆ ਕਿ ਉਹਨਾਂ ਨੂੰ ਕੋਈ ਬੈਠੇ ਹੋਊਗੇ ਕਿ ਅਸੀਂ ਕੀ GCSE A ਲੈਵਲ ਪੰਜਾਬੀ ਨਾਲ ਲੈਣਾ। ਪਹਿਲੀ ਗੱਲ ਤਾਂ ਇਹ ਹੈ ਕਿ ਭੰਗਲ ਜੀ, ਅਗਰ ਸਾਡਾ ਬੱਚਾ ਆ ਕੇ ਸਾਨੂੰ ਜੀ ਬੋਲੇ, ਡੈਡੀ ਜੀ, ਪਿਤਾ ਜੀ, ਮਾਤਾ ਜੀ, ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ, ਤੇ ਸਾਡੀ ਜ਼ੁਬਾਨ ਬੋਲੇ, ਸਾਡੀ ਅੰਡਰਸਟੈਂਡ ਕਰੇ, ਪਹਿਲਾਂ ਸਾਡੀ ਆਪਣੀ ਜ਼ੁਬਾਨ ਆ, ਤੇ ਫਿਰ ਸਾਡੀ ਜਿਹੜੀ ਹੈਗੀ ਆ ਜਿੰਨੀਆਂ ਵੀ ਸਾਡੀਆਂ ਧਾਰਮਿਕ ਕਿਤਾਬਾਂ ਪੰਜਾਬੀ 'ਚ, ਧਾਰਮਿਕ ਜਿਹੜੀਆਂ ਅਗਰ ਡੀਪਲੀ ਜਾਣਾ ਹੋਵੇ, ਫਿਰ ਇਹ ਹੈ ਕਿ ਅਸੀਂ ਇਹ ਸਟਰਗਲ ਕੀਤੀ ਸੀ ਕਿ ਇਸ ਦੇਸ਼ ਦੇ ਵਿੱਚ ਪੰਜਾਬੀ ਐਟ ਪਾਰ ਹੋਏ ਫ੍ਰੈਂਚ ਔਰ ਸਪੈਨਿਸ਼ ਔਰ ਜਰਮਨ ਦੇ ਨਾਲ, ਔਰ ਅਗਰ ਪੰਜਾਬੀ ਦੇ ਵਿੱਚ A ਲੈਵਲ ਕੀਤਾ ਤਾਂ ਪੰਜਾਬੀ ਦੇ ਅਗਰ A ਗ੍ਰੇਡ ਆਇਆ ਤਾਂ 10 ਪੁਆਇੰਟ ਪੰਜਾਬੀ ਦੇ ਵੀ ਮਿਲਦੇ ਸੀਗੇ, ਔਰ ਫ੍ਰੈਂਚ ਜਾਂ ਮੈਥਸ ਜਾਂ ਉਹਦੇ ਵੀ 10 ਪੁਆਇੰਟ ਮਿਲਦੇ ਸੀ, ਰਾਈਟ। ਇਸ ਅਸੀਂ ਸਟਰਗਲ ਕੀਤੀ ਸੀ ਯੂਨੀਵਰਸਿਟੀਆਂ ਦੇ ਵਿੱਚ ਵੀ, ਤੇ ਇਹ ਨਹੀਂ ਮੈਂ ਨਹੀਂ ਇਕੱਲੇ ਨਹੀਂ, ਬੜੀ ਲੋਕਾਂ ਨੇ ਸਾਰਿਆਂ ਨੇ ਕੀਤਾ, ਔਰ ਯੂਨੀਵਰਸਿਟੀਆਂ ਨੇ ਰੈਕਗਨਾਈਜ਼ ਕੀਤਾ, ਔਰ ਕਈ ਐਸੀਆਂ ਜੋਬਾਂ ਆ ਜਿਹੜੀਆਂ ਕਿ ਪੰਜਾਬੀ ਦਾ ਨੌਲੇਜ ਇੱਥੇ ਜ਼ਰੂਰੀ ਆ। ਜਿੱਦਾਂ ਹੁਣ ਤੁਸੀਂ ਕੈਨੇਡਾ ਦੇ ਵਿੱਚ ਆ, ਕੈਨੇਡਾ ਜਿੱਦਾਂ ਹੁਣ ਬ੍ਰਿਟਿਸ਼ ਕੋਲੰਬੀਆ 'ਚ ਮੈਂ ਗਿਆ ਸੀ ਸਾਰੀ ਏਰੀਆ ਦੇ ਵਿੱਚ, ਤੇ ਉੱਥੇ ਇਹ ਹੈ ਵੀ ਜੇ ਤੁਸੀਂ ਜੋਬ ਲੈਣੀ ਹੈ ਤੁਹਾਨੂੰ ਤੁਹਾਡੀ ਕੁਆਲੀਫਿਕੇਸ਼ਨ ਪੰਜਾਬੀ 'ਚ ਜਾਂ ਚਾਈਨੀਜ਼ 'ਚ, ਤੁਹਾਨੂੰ ਦੋਨਾਂ 'ਚੋਂ ਇੱਕ ਲੈਂਗੁਏਜ ਜ਼ਰੂਰ ਆਉਣੀ ਚਾਹੀਦੀ ਜੇ ਤੁਹਾਡੇ ਚਾਂਸਿਸ ਜੋਬ ਲੈਣ ਲਈ ਬੈਟਰ ਆ ਜੇ ਤੁਸੀਂ ਇਹਨਾਂ ਵਿੱਚੋਂ ਤੁਹਾਡੀ ਕੁਆਲੀਫਿਕੇਸ਼ਨ। ਨਾਗਰਾ ਸਾਹਿਬ, ਤੁਸੀਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਜੋ ਸਟਰਗਲ ਕੀਤਾ, ਤੁਸੀਂ ਆਏ, ਸਮਾਂ ਦਾ ਘਾਟ ਹੈ ਉਹਦੇ ਕਰਕੇ। ਮੈਂ ਤੁਹਾਨੂੰ ਕੁਝ ਸਾਲ ਪਹਿਲਾਂ, ਮੇਰਾ ਹੱਕ ਨਹੀਂ ਬਣਦਾ ਕਿ ਮੈਂ ਤੁਹਾਨੂੰ ਇਨਾਮ ਦੇਵਾਂ ਕਿ ਮੈਂ ਛੋਟਾ ਹਾਂ, ਬਟ ਤੁਹਾਨੂੰ ਅਵਾਰਡ ਦਿੱਤੀ ਸੀ MATV ਵੱਲੋਂ, MATV ਕਮਿਊਨਿਟੀ ਅਵਾਰਡ, ਉਹ ਮੈਂ ਅੱਜ ਵੀ ਦੁਬਾਰਾ ਤੁਹਾਨੂੰ ਦੇ ਰਿਹਾ। ਤੇ ਮੈਂ ਦੇਖੋ ਜੀ, ਆਪਣੇ ਵੱਲੋਂ ਜਿੰਨੇ ਵੀ ਸਾਡੇ ਪੰਜਾਬੀ ਬੱਚੇ ਜਿਨ੍ਹਾਂ ਨੇ GCSE A ਲੈਵਲ ਕੀਤਾ ਇਹਦਾ ਕਰਨਾ, ਤੁਹਾਡੇ ਬਹੁਤ ਬਹੁਤ ਆਭਾਰੀ ਹਾਂ, ਤੁਹਾਡੇ ਗੋਡੇ ਹੱਥ ਲਾਉਣੇ, ਪੈਰੇ ਹੱਥ ਲਾਉਣੇ ਆ। ਤੁਸੀਂ ਜੋ ਸਾਡੇ ਲਈ ਕੀਤਾ, ਤੁਸੀਂ ਜੋ ਮਾਂ ਬੋਲੀ ਆਪਣੀ ਪੰਜਾਬੀ ਲਈ ਕੀਤਾ, ਬਹੁਤ ਬੜੀ ਗੱਲ ਆ ਜੀ। ਤੇ ਤੁਸੀਂ ਇਹਨੂੰ ਸਹੀ ਸੇਵਾ ਕਹਿੰਦੇ ਆ ਜੀ, ਕਿ ਤੁਸੀਂ ਸਿਰਫ ਆਪਣੇ ਪੱਲਿਓਂ ਆਪਣਾ ਟਾਈਮ ਲਾ ਕੇ, ਆਪਣੀ ਮਿਹਨਤ ਲਾ ਕੇ, ਆਪਣੀ ਸਟਰਗਲ ਲਾ ਕੇ ਆਪਣੀ ਬੋਲੀ ਦੀ ਪ੍ਰਮੋਸ਼ਨ ਕੀਤੀ ਤੇ ਬੋਲੀ ਨੂੰ ਰੈਕਗਨੀਸ਼ਨ ਦਵਾਈ। ਮੈਂ ਸਾਰਿਆਂ ਨੂੰ ਇਹੀ ਕਹੂੰਗਾ, ਦੇਖੋ ਜੀ, ਕਿ ਲੈਟਸ ਰਿਸਪੈਕਟ ਦ ਪਰਸਨ ਹੂ ਡਨ ਸੋ ਮਚ ਸਟਰਗਲ ਫॉर ਆਰ ਮਦਰ ਲੈਂਗੁਏਜ ਐਂਡ ਮਦਰ ਟੰਗ। ਤਾਂ ਅਸੀਂ ਆਪਣੀ ਮਾਂ ਬੋਲੀ ਵਾਲੇ ਗੱਲ, we always on about it, but yet there's a lot of us out there who don't even know how to read and write it, and the same thing is going to happen to our kids. So let's all make an effort to learn Punjabi, and if you know Punjabi, then why shouldn't we make our children just take a little bit of time out? Kids, don't sit on a PlayStation all day or the Xbox, 2 ਘੰਟੇ ਘੱਟ ਖੇਲ ਲਿਓ, a Call of Duty Ghost ਭੱਜਣ ਨਹੀਂ ਲੱਗੇ, ਇੱਥੇ ਹੀ ਰਹਿਣੇ Ghost here. So but learn your language, learn to read it, learn to write it, get as much help as you can, and sit the exams in it.
Even if you're not confident, sit the exam, do the GCSE in Punjabi, do the A level in Punjabi, because if no one's doing it, then one day there won't be a need for it to be on the system and it'll be taking off. ਬਾਕੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਜੋ ਮੈਂ ਅਪੀਲ ਕੀਤੀ ਸੀ ਫਰਾਈਡੇ ਉਹ ਬੱਚੇ ਗੌਰਵ ਲਈ ਤੇ ਜਿਹੜੇ ਪੀਪਲ ਆਏ ਬਰਮਿੰਗਮ ਬਹੁਤ ਮੈਨੂੰ ਪਤਾ ਰਿਸਪੌਂਸ ਮਿਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ I'm very grateful to you ਕਿ ਤੁਸੀਂ ਮੇਰੀ ਗੱਲ ਸੁਣ ਕੇ ਤੁਸੀਂ ਮੈਨੂੰ ਇੰਨੀ ਇੱਜ਼ਤ ਮਾਣ ਦਿੱਤਾ ਕਿ ਤੁਸੀਂ ਉਸ ਅਪੀਲ ਨੂੰ ਸੁਣਿਆ ਕਿ ਤੁਸੀਂ ਆਏ ਆ ਬਹੁਤ ਲੋਕ ਪੁੱਛ ਰਹੇ ਭਾਜੀ ਲੰਡਨ 'ਚ ਇਵੈਂਟ ਕਦੋਂ ਹੋਣਾ ਐਸ ਸੰਡੇ ਸਾਊਥ ਹਾਲ ਗੁਰਦੁਆਰੇ ਦੋਨੋਂ ਗੁਰਦੁਆਰੇ ਪਾਰਕ ਐਵਨਿਊ ਤੇ ਹੈਵਲੋਕ ਰੋਡ ਵਿੱਚ ਇਹ ਇਵੈਂਟ ਹੋਣਾ ਤੁਸੀਂ ਜ਼ਰੂਰ ਆ ਕੇ ਰਜਿਸਟਰ ਕਰਨਾ ਮੈਂ ਫਰਾਈਡੇ ਫਿਰ ਇਹ ਦੁਹਰਾਊਂਗਾ ਫਿਰ ਅਪੀਲ ਕਰੂੰਗਾ ਤਾਂ ਕਿ 2 ਸਾਲ ਦੇ ਬੱਚੇ ਦੀ ਜਾਨ ਬਚ ਸਕੇ ਸਿਰਫ ਸਾਊਥ ਹਾਲ ਵਾਲੇ ਨਾ ਆਓ ਸਾਊਥ ਹਾਲ ਹੇਜ਼ ਹੈਂਸਲੋ ਸਲੈਓ ਇਲਫੋਰਡ ਵਾਲੇ ਗ੍ਰੇਵਜ਼ਐਂਡ ਵਾਲੇ ਵੀ ਵਾਂਟ ਯੂ ਆਲ देयर ਔਨ ਸੰਡੇ ਦ 17th between 9 and 4 so 9 AM to 4 PM ਦੇ ਵਿੱਚ ਬੱਚੇ ਦੀ ਜਾਨ ਬਚਾਉਣੀ ਹੈ ਦਿਸ ਇਜ਼ ਐਨ ਐਗਜ਼ਾਮਪਲ ਮੈਂ ਤੁਹਾਨੂੰ ਦਿਖਾ ਲਿਆ ਕਿ ਇੱਕ ਇੰਡੀਵਿਜੂਅਲ ਨੇ ਸਾਡੀ ਪੰਜਾਬੀ ਬੋਲੀ ਸਾਡੀ ਕਮਿਊਨਿਟੀ ਦੀ ਕਿੱਦਾਂ ਮਦਦ ਕੀਤੀ ਹੈ now is your chance to help someone in our community ਐਂਡ ਬਾਕੀ ਮੈਂ ਤਾਂ ਇਹੀ ਕਹੂੰਗਾ ਜੀ ਪੰਜਾਬੀ ਪੜ੍ਹੋ ਪੰਜਾਬੀ ਬੋਲੋ ਪੰਜਾਬੀ ਸੁਣੋ ਅਤੇ ਪੰਜਾਬੀ ਸਿੱਖੋ ਅਤੇ ਸਿਖਾ ਲਓ ਬਾਕੀਆਂ ਨੂੰ ਐਂਡ ਕਿਡਸ that they learn your mother tongue ਆਪਣੀ ਲੈਂਗੁਏਜ ਕਰਨੀ there's people here who went through hell with absolutely nothing who financed it to get this on the same level so you can do a GCSE Punjabi you can do an A-level Punjabi people like me could do GCSE Punjabi and A-level Punjabi these are the people who are real community heroes ਜਿਹੜੇ ਮੈਂ ਗੁਰੂ ਘਰਾਂ ਨੂੰ ਇਹ ਮੈਸੇਜ ਦਿੰਦਾ ਜਿਹੜੇ ਤੁਸੀਂ ਸਰੋਪੇ ਦਿੰਦੇ ਫਾਨੇ ਮੰਤਰੀਆਂ ਨੂੰ ਕਿ ਸਾਡੀ ਜ਼ਮੀਨ ਛਡਾ ਦੂ ਜਾਂ ਕਰ ਦੂ ਇਸ ਵਿਅਕਤੀ ਨੂੰ ਤੁਹਾਨੂੰ ਸਰੋਪਾ ਦੇਣਾ ਚਾਹੀਦਾ ਬਿਕੋਜ਼ ਇਹਨਾਂ ਨੇ ਤੁਹਾਡੀ ਮਾਂ ਬੋਲੀ ਦੀ ਰਿਸਪੈਕਟ ਕੀਤੀ ਤੁਸੀਂ ਖੁਦ ਨਹੀਂ ਕੀਤੀ ਤੁਸੀਂ ਖੁਦ ਜੋ ਪੈਸੇ ਆਪਸ ਵਿੱਚ ਲੜਾਈਆਂ ਵਿੱਚ ਵੇਸਟ ਕਰ ਸਕਦੇ ਆ 4-5 ਲੱਖ ਕੋਰਟ ਕੇਸਾਂ ਤੇ ਤੁਹਾਤੋਂ ਬੁੱਕਾਂ ਨਹੀਂ ਪਬਲਿਸ਼ ਹੋਈਆਂ ਬੱਚਿਆਂ ਲਈ ਕਿ ਬੱਚੀ ਸਾਡੇ ਪੰਜਾਬੀ ਸਿੱਖ ਲੈਣ ਕੋਈ ਨੈਸ਼ਨਲ ਟੀਚਰ ਨਹੀਂ ਅਪਾਇੰਟ ਹੋਇਆ ਕੋਈ ਪੰਜਾਬੀ ਦਾ ਸੈਂਟਰ ਸਕੂਲ ਡੈਡੀਕੇਟਿਡ ਜਾਂ ਕੋਈ ਸਿਲੇਬਸ ਵਗੈਰਾ ਨਹੀਂ ਬਣਾ ਹੋਈ ਕਿ ਤੁਸੀਂ ਸੁਚੱਜੇ ਢੰਗ ਨਾਲ ਕਰ ਸਕਦੇ ਆਪਸ ਵਿੱਚ ਦੇ ਝਗੜੇ ਮੁਕਾਓ ਪੈਸੇ ਲਾਓ ਜਿੱਥੇ ਸਹੀ ਲੱਗਦੇ ਆ ਅਤੇ ਇਹਨਾਂ ਲੋਕਾਂ ਦਾ ਐਕਸਪੀਰੀਅੰਸ ਦਾ ਅਨੁਭਵ ਦਾ ਤੁਸੀਂ ਫਾਇਦਾ ਉਠਾਓ ਜੋ ਕਿ ਸਾਡੇ ਲਈ ਇੰਨਾ ਕੁਛ ਦੇ ਸਕਦੇ ਗਿਆਨ ਦਾ ਇੱਕ ਪਟਾਰੀ ਆ ਇਹਨਾਂ ਨੂੰ ਮੈਂ ਤਾਂ ਇਹੀ ਕਹੂੰਗਾ ਜੀ ਕਿ ਇਹਨਾਂ ਦੀ ਨੌਲੇਜ ਦਾ ਫਾਇਦਾ ਉਠਾਓ ਬਾਕੀ ਨਾਗਰਾ ਸਾਹਿਬ ਸਾਡੇ ਵੱਲੋਂ ਬਹੁਤ ਬਹੁਤ ਪੰਜਾਬੀ ਕਮਿਊਨਿਟੀ ਹੋਲ ਵੱਲੋਂ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡੀ ਜੋ ਤੁਸੀਂ ਸਟਰਗਲ ਕੀਤੀ ਹੈ ਇਹ ਨਾ ਸੋਚੋ ਕਿ ਕੋਈ ਕਦਰ ਨਹੀਂ ਪਾਉਂਦਾ ਅਸੀਂ ਪਾਉਂਦੇ ਹਾਂ ਜੀ ਮੈਂ ਤੁਹਾਡਾ ਫੈਨ ਆ ਅਤੇ ਤੁਹਾਡੇ ਬਹੁਤ ਫੈਨਾਂ ਦੇ ਮੈਸੇਜ ਵੀ ਆ ਰਹੇ ਆ ਟੀਚਰਾਂ ਦੇ ਪੰਜਾਬੀ ਟੀਚਰਾਂ ਦੇ ਜਿਨ੍ਹਾਂ ਨੇ ਤੁਹਾਡੀ ਬੁੱਕਾਂ ਪੜ੍ਹੀਆਂ ਜਿਨ੍ਹਾਂ ਨੇ ਸਿੱਖਿਆ ਕਹਿੰਦੇ ਜੀ ਨਾਗਰਾ ਸਾਹਿਬ ਨੂੰ ਇਹ ਤਾਂ ਬਹੁਤ ਵਧੀਆ ਗੱਲ ਕਿ ਤੁਸੀਂ TV 'ਤੇ ਲੈ ਗਏ ਬਹੁਤ ਬਹੁਤ ਧੰਨਵਾਦ ਕੋਈ ਅਖੀਰਲਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਭੰਗਲ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਮੇਰੇ ਬਾਰੇ ਕਿਹਾ ਮੈਂ ਸ਼ਾਇਦ ਇਸ ਦੇ ਕਾਬਲ ਨਹੀਂ ਬਹੁਤ ਇਸ ਤੋਂ ਜ਼ਿਆਦਾ ਕਾਬਲ ਹੈ ਤੁਸੀਂ ਆਪਣੇ ਆਪ ਨੂੰ ਕਹਿੰਦੇ ਆਈ ਕੈਪਟ ਮਾਈ ਫੀਟ ਔਨ ਦਾ ਫਲੋਰ ਅਤੇ ਜਿਸ ਤਰ੍ਹਾਂ ਦਾ ਮੈਂ ਕਾਫੀ ਮੁਸ਼ਕਿਲ ਟਾਈਮ ਵੀ ਦੇਖਿਆ ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਪਿਛਲੇ ਸਿਰਫ ਸੈਟਰਡੇ ਦੀ 1 ਮਿੰਟ ਮੈਂ ਲੈਣਾ ਅਤੇ ਪਿਛਲੇ ਸੈਟਰਡੇ ਮੇਰੇ ਪੁਰਾਣੇ ਸਟੂਡੈਂਟਸ 90 ਸਟੂਡੈਂਟਸ ਕੋਵੈਂਟਰੀ ਦੇ ਵਿੱਚ ਉਹਨਾਂ ਨੇ ਇੱਕ ਰੀਯੂਨੀਅਨ ਕੀਤਾ ਸਿਡਨੀ ਸਟਿੰਗਰ ਸਕੂਲ ਐਂਡ ਕਮਿਊਨਿਟੀ ਕਾਲਜ ਵਿੱਚ ਜਿਹਦੇ ਵਿੱਚ 40-45 ਸਟੂਡੈਂਟਸ ਜਿਹੜੇ ਮੇਰੇ ਮੈਥਸ ਕਲਾਸਾਂ ਵਿੱਚ ਸੀ ਮੈਂ ਕਿਸੇ ਨੂੰ ਵੀ ਸਿਵਾਏ 1-2 ਦੇ ਕਈ ਗੋਰੀਆਂ ਕੁੜੀਆਂ ਜਿਹੜੀਆਂ 40-40 45-45 ਸਾਲ ਦੀਆਂ ਸਾਰੇ ਇਸ ਏਜ ਗਰੁੱਪ ਦੇ ਸੀ 1970 ਤੋਂ ਲਾ ਕੇ 1979 ਦੇ ਵਿਚਾਲੇ ਕਿਸੇ ਨੂੰ ਮੈਂ ਪਛਾਣਦਾ ਨਹੀਂ ਸੀ ਲੇਕਿਨ ਉਹ ਮੈਨੂੰ ਸਾਰੇ ਪਛਾਣਦੇ ਸੀ ਔਰ ਮੈਨੂੰ ਇਹ ਕਹਿੰਦੇ ਸੀ ਮਿਸਟਰ ਨਾਗਰਾ ਤੁਸੀਂ ਉੱਦਾਂ ਦੇ ਲੱਗਦੇ ਆ ਅਤੇ ਕਈ ਤਾਂ ਮੇਰੇ ਨਾਲੋਂ ਵੀ ਸਿਆਣੇ ਲੱਗਦੇ ਸੀ ਪਰ ਮੈਨੂੰ ਉਹਨਾਂ ਨੇ ਇੰਨਾ ਜੱਫੀਆਂ ਪਾ ਪਾ ਕੇ ਮਿਲੇ ਆ ਇੰਨਾ ਮੈਨੂੰ ਪਿਆਰ ਦਿੱਤਾ ਮੈਨੂੰ ਸਾਰਾ ਕੁਛ ਭੁੱਲ ਗਿਆ ਮੇਰੀ ਜ਼ਿੰਦਗੀ ਦਾ ਵਿੱਚ ਮੈਨੂੰ ਉਹਨਾਂ ਇੰਨਾ ਸਵਾਦ ਆਇਆ ਵੀ ਇੰਨੀ ਰਿਸਪੈਕਟ ਕਰਦੇ ਆ ਗੋਰੇ ਬੱਚੇ ਵੀ ਜਿਹੜੇ ਸੀਨੀਅਰ ਪੋਸਟਾਂ 'ਤੇ ਲੱਗੇ ਹੋ ਇੱਥੇ ਇੰਗਲੈਂਡ ਦੇ ਵਿੱਚ ਇੱਕ ਬ੍ਰਿਸਟਲ ਤੋਂ ਆਇਆ ਇੱਕ ਹਾਂਜੀ ਲੰਡਨ ਤੋਂ ਗਏ ਕੋਈ 2-3 ਕੁੜੀਆਂ ਹਾਂਜੀ ਉਹ ਜੱਫੀਆਂ ਪਾ ਕੇ ਮਿਲਦੇ ਮਿਸਟਰ ਨਾਗਰਾ ਵੀ ਰਿਮੈਂਬਰ ਯੂ ਫੋਟ ਫਾਰ ਅਸ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਕੋਈ ਗੋਰਾ ਚਾਹੁੰਦਾ ਸੀ ਆਪਣੇ ਬੱਚੇ ਡਾਕਟਰ ਬਣਨ ਕੁਛ ਹੋਣ ਅਤੇ ਆਈ ਸਟਰਗਲ ਫॉर them ਉਹ ਬੱਚੇ ਹੁਣ ਕੋਈ ਡਾਕਟਰ ਜਾਂ ਕੋਈ ਇੰਜੀਨੀਅਰ ਹੈ ਕੋਈ ਉਹ ਤੁਹਾਡਾ ਰਿਵਾਰਡ ਆ ਨਾਗਰਾ ਸਾਹਿਬ ਥੈਂਕ ਯੂ ਵੈਰੀ ਮਚ ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ